ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨਕਾਸੀ ਉਦਰੀ, ਤਾਕੋ ਜਸ ਉਰ ਧਾਰੋ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਨਕਾਸੀ ਉਦਰੀ, ਤਾਕੋ ਜਸ ਉਰ ਧਾਰੋ। ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾ ਲਉ ਬਰਨਉ, ਰਾਮ ਕਹਿਤ ਬੰਧਨ ਤਿਹ ਟੂਟਾ। ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ।
ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰੇ ਪਾਰਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰੇ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਦੀਨਾ ਬੰਧੂ, ਕਿਰਪਾ ਦੇ ਸਾਗਰ, ਪਤਿਤ ਪਾਵਨ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤ ਸੰਗਤ ਦੀਆਂ ਪਵਿੱਤਰ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਪ ਸਰਵਣ ਕਰ ਰਹੇ ਹੋ। 3 ਸ਼ਬਦ ਸੰਪੂਰਨ ਹੋਏ ਨੇ। ਜਿਵੇਂ ਰਾਗ ਸੋਰਠ ਦੇ ਅੰਦਰ ਮਹਾਰਾਜ ਚੌਥਾ ਸ਼ਬਦ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਜਿਵੇਂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹੈ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜ਼ੂਰ ਰਾਗ ਸੋਰਠ ਦੇ ਅੰਦਰ ਆਪਣੀ ਪਰਮ ਪਵਿੱਤਰ ਰਸਨਾ ਤੋਂ ਹਜ਼ੂਰ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਸੱਚੇ ਪਾਤਸ਼ਾਹ ਮਨ ਨੂੰ ਪ੍ਰਬੋਧਦੇ ਹੋਏ ਹਜ਼ੂਰ ਸਿੱਖਿਆ ਦਿੰਦੇ ਹੈ, ਹੇ ਮੇਰੇ ਮਨਾ, ਵਾਹਿਗੁਰੂ ਦੀ ਸ਼ਰਨ ਕਿੰਨੀ ਲਾਭਦਾਇਕ ਹੈ। ਵਾਹਿਗੁਰੂ ਦੀ ਸ਼ਰਨ ਤੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸ਼ਰਨ ਲੈ। ਤੇ ਵਾਹਿਗੁਰੂ ਦੀ ਸ਼ਰਨ ਲੈਣੀ ਜਿਹੜੀ ਹੈ ਇਹ ਕਿੰਨੀ ਸੁਖਦਾਈ ਹੈ, ਇਸ ਗੱਲ ਦੀ ਵਿਚਾਰ ਕਰ ਆਪਣੇ ਮਨ ਦੇ ਅੰਦਰ। ਹਜ਼ੂਰ ਕਹਿੰਦੇ ਨੇ ਗੁਰੂ ਉਪਦੇਸ਼ ਦੁਆਰਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰੂ ਜੀ ਦੇ ਉਪਦੇਸ਼ ਦੁਆਰਾ ਵਿਚਾਰ ਕਰ, ਪ੍ਰਭੂ ਦੀ ਸ਼ਰਨ ਲੈ ਲੈ। ਕਿਉਂਕਿ ਹੋਰ ਸੰਸਾਰ ਦੇ ਅੰਦਰ ਜੇ ਤੂੰ ਓਟਾਂ ਰੱਖੀਆਂ ਨੇ, ਇਹ ਰੇਤ ਦੀ ਕੰਧ ਵਾਂਗ ਸਾਰੀਆਂ ਕਿਰ ਜਾਣਗੀਆਂ। ਜਿਨ੍ਹਾਂ ਦੀ ਤੂੰ ਸ਼ਰਨ ਪਿਆ ਉਹ ਤੇਰਾ ਸਾਥ ਨਹੀਂ ਦੇ ਸਕਣਗੇ, ਤੇਰੀ ਰੱਖਿਆ ਨਹੀਂ ਕਰ ਸਕਣਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਤੂੰ ਵਾਹਿਗੁਰੂ ਦੀ ਸ਼ਰਨ ਲੈ, ਵਾਹਿਗੁਰੂ ਤੇਰੀ ਰੱਖਿਆ ਕਰੇਗਾ। ਪਰਮੇਸ਼ਰ ਹਰ ਪ੍ਰਕਾਰ ਤੇਰੀ ਸਹਾਇਤਾ ਕਰੇਗਾ। ਜੇ ਕਰਕੇ ਤੂੰ ਮਨ ਕਰਕੇ ਓਟ ਲੈਨਾ, ਸਰੀਰ ਕਰਕੇ ਸ਼ਰਨ ਪੈ ਜਾਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਆਪਣਾ ਇਹੋ ਜਿਹਾ ਆਸਰਾ ਦਿੰਦੇ ਹੈ, ਰੁੜੇ ਜਾਂਦੇ ਹੋਏ ਮਨ ਨੂੰ ਫੁਰਨਿਆਂ ਵਿੱਚੋਂ ਟਿਕਾ ਦਿੰਦੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਲਈ ਹੈ ਤੂੰ ਉਹਨਾਂ ਦੀ ਬਾਬਤ ਸੁਣ ਲੈ ਤੇ ਵਾਹਿਗੁਰੂ ਦੀ ਸ਼ਰਨ ਦੀ ਵਿਚਾਰ ਕਰ। ਹੁਣ ਜਿਨ੍ਹਾਂ ਜਿਨ੍ਹਾਂ ਨੇ ਲਈ ਹੈ ਸ਼ਰਨ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਜ਼ਿਕਰ ਹਜ਼ੂਰ ਇਸ ਪਾਵਨ ਸ਼ਬਦ ਦੇ ਅੰਦਰ ਮਹਾਰਾਜ ਜੀ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਤੂੰ ਵੀ ਆਪਣੇ ਮਨ ਦੇ ਅੰਦਰ ਵਿਚਾਰ ਕਰ ਲੈ। ਇਸ ਕਰਕੇ ਇਹ ਮਨਾ ਸੋਚ ਵਿਚਾਰ ਕਰ,
ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਕਲਿਆਣ ਨਹੀਂ, ਪਰਮੇਸ਼ਰ ਦੀ ਸ਼ਰਨ ਤੋਂ ਬਿਨਾਂ ਛੁਟਕਾਰਾ ਨਹੀਂ। ਕਿਉਂਕਿ ਸਾਰੇ ਪਾਪ ਔਗਣ ਜਿਹੜੇ ਆ ਨਾ, ਉਹ ਸ਼ਰਨ ਤੋਂ ਬਿਨਾਂ ਤੈਨੂੰ ਵਿਆਪਣਗੇ, ਦੁੱਖ ਸਾਰੇ ਹੀ ਲੱਗਣਗੇ, ਜਮਾਂ ਦੀ ਮਾਰ ਖਾਵੇਂਗਾ, 84 ਲੱਖ ਜੂਨ ਵਿੱਚ ਭਟਕਣਾ ਪਵੇਗਾ। ਤੇ ਵਾਹਿਗੁਰੂ ਦੀ ਸ਼ਰਨ ਵਿੱਚ ਕਿੰਨਾ ਸੁੱਖ ਹੈ, ਸਾਰੇ ਦੁੱਖਾਂ ਤੋਂ ਬਚ ਜਾਵੇਂਗਾ। 84 ਲੱਖ ਜੂਨ ਦੀ ਭਟਕਣਾ ਉਹ ਤੇਰੀ ਮੁੱਕ ਜਾਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਹੇ ਮੇਰੇ ਮਨਾ, ਤੂੰ ਵਾਹਿਗੁਰੂ ਦੀ ਸ਼ਰਨ ਦੀ ਵਿਚਾਰ ਕਰ। ਗੁਰੂ ਉਪਦੇਸ਼ ਦੁਆਰਾ ਇਸ ਗੱਲ ਨੂੰ ਆਪਣੇ ਮਨ ਦੇ ਅੰਦਰ ਵਿਚਾਰ ਲੈ, ਨਿਰਣਾ ਕਰ ਲੈ ਕਿ ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ ਭਲਾ ਨਹੀਂ ਹੋਵੇਗਾ, ਸਦਗਤੀ ਨਹੀਂ ਪ੍ਰਾਪਤ ਹੋਵੇਗੀ। ਜਿਹ ਸਿਮਰਤ ਗਨਕਾ ਸੀ ਉਦਰੀ। ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਨੂੰ ਸਿਮਰਨੇ ਕਰਕੇ ਗਨਕਾ ਵਰਗੀ ਉਧਰ ਗਈ, ਉਹਦਾ ਭਲਾ ਹੋ ਗਿਆ, ਉਹਦੀ ਕਲਿਆਣ ਹੋ ਗਈ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਕਿ ਫਿਰ ਤੇਰਾ ਕਿਉਂ ਨਾ ਉਧਾਰ ਹੋਵੇਗਾ, ਤੇਰਾ ਕਿਉਂ ਨਹੀਂ ਭਲਾ ਹੋਵੇਗਾ। ਤੇ ਇਹ ਗਨਕਾ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਮਹਾਰਾਜ ਕੀਤਾ ਹੈ। ਇਹ ਦੋ ਵੇਸਵਾਵਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ। ਇੱਕ ਤਾਂ ਪਿੰਗਲਾ ਵੇਸਵਾ ਹੈ ਜੋ ਜਨਕ ਜੀ ਦੀ ਪੁਰੀ ਵਿੱਚ ਰਹਿੰਦੀ ਸੀ, ਤੇ ਇਹਦਾ ਇੱਕ ਵਾਰੀ ਮਨ ਜਿਹੜਾ ਸੀ ਇਉਂ ਅੱਧੀ ਰਾਤ ਦੇ ਸਮੇਂ ਬਹੁਤ ਜ਼ਿਆਦਾ ਵਿਆਕੁਲਤਾ ਦੇ ਸਹਿਤ ਕਿਸੇ ਕਾਮੀ ਪੁਰਸ਼ ਨੂੰ ਲੱਭਦੀ ਰਹੀ। ਜਦੋਂ ਵਕਾਰ ਦੀ ਇੱਛਾ ਪੂਰੀ ਨਾ ਹੋਈ, ਮਨ ਦੇ ਅੰਦਰ ਇਹਦੇ ਐਸਾ ਬੈਰਾਗ ਜਾਗ ਪਿਆ ਕਿ ਹੇ ਮਨਾ, ਜੇ ਕਰਕੇ ਐਸਾ ਤੂੰ ਪਿਆਰ ਪਰਮੇਸ਼ਰ ਨਾ ਕਰਦੀ ਤਾਂ ਫਿਰ ਤੈਨੂੰ ਸੁੱਖ ਨਾ ਪ੍ਰਾਪਤ ਹੁੰਦਾ। ਇਉਂ ਮਨ ਦਾ ਬੈਰਾਗ ਐਸਾ ਦ੍ਰਿੜ ਹੋਇਆ ਕਿ ਇਹਨੇ ਵਕਾਰ ਛੱਡ ਕਰਕੇ ਫਿਰ ਵਾਹਿਗੁਰੂ ਦੇ ਭਜਨ ਵਿੱਚ ਆਪਣਾ ਜੀਵਨ ਜਿਹੜਾ ਸੀ ਲਾਇਆ, ਤਾਂ ਇਸ ਨੂੰ ਗਿਆਨ ਪ੍ਰਾਪਤ ਹੋਇਆ। ਫਿਰ ਗਨਕਾ ਵੇਸਵਾ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਕੀਤਾ ਹੈ। ਸਤਿਗੁਰੂ ਜੀ ਆਪਣੀ ਬਾਣੀ ਦੇ ਅੰਦਰ ਥਾਂ ਥਾਂ ਤੇ ਇਸ ਵੇਸਵਾ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ ਹੈ, ਉਪਦੇਸ਼ ਦੇਣ ਲਈ ਕਿ ਵਾਹਿਗੁਰੂ ਦੇ ਨਾਮ ਵਿੱਚ ਕਿੱਡੀ ਸ਼ਕਤੀ ਹੈ, ਤੂੰ ਇਸ ਗੱਲ ਦੀ ਵਿਚਾਰ ਤਾਂ ਕਰ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਗਵਾਹੀ ਦਿੱਤੀ ਹੈ ਕਿ ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲਹਾਰ ਪਰੋਤਾ। ਐਡੀ ਪਾਪਣ ਸੀ ਕਿ ਪਾਪਾਂ ਦਾ ਗਲ ਵਿੱਚ ਹਾਰ ਹੀ ਪਾਇਆ ਹੋਇਆ ਸੀ। ਮੰਦ ਕਰਮ ਕਰਨੇ, ਵਾਸ਼ਨਾਵਾਂ ਭੋਗਣੀਆਂ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਇਹਦੇ ਭਾਗ ਜਾਗੇ, ਕਿਉਂਕਿ ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕੋਈ ਪੂਰਬਲਾ ਸ਼ੁਭ ਕਰਮ ਪ੍ਰਗਟ ਹੋ ਆਉਂਦਾ ਨਾ, ਉਦੋਂ ਫਿਰ ਪੂਰਨ ਮਹਾਤਮਾ ਦਾ ਦੀਦਾਰ ਹੁੰਦਾ, ਦਰਸ਼ਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹ ਸਿਮਰਤ ਗਨਕਾ ਸੀ ਉਦਰੀ। ਗਨਕਾ ਵਰਗੀ ਜਿਸ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਉਧਰ ਗਈ। ਗਨਕਾ ਜਦੋਂ ਇਉਂ ਵਕਾਰਾਂ ਵਿੱਚ ਉਹਦਾ ਸਮਾਂ ਬਤੀਤ ਹੋ ਰਿਹਾ ਸੀਗਾ, ਤੇ ਭਾਈ ਸਾਹਿਬ ਜੀ ਨੇ ਲਿਖਿਆ, ਗਨਕਾ ਪਾਪਣ ਹੋਏ ਕੈ, ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨ ਚੱਕ, ਗਨਕਾ ਵਾੜੇ ਆਏ ਖਲੋਤਾ। ਇੱਕ ਮਹਾਂਪੁਰਖ ਮੂਲੇ ਧਾਰ ਮੀਂਹ ਪੈ ਰਿਹਾ ਸੀਗਾ, ਬਹੁਤ ਠੰਡ ਦੀ ਰੁੱਤ ਸੀਗੀ, ਤੁਰੇ ਆ ਰਹੇ ਸੀ। ਪੁੱਛਿਆ, ਕੁਝ ਨੌਜਵਾਨ ਖੜੇ ਸੀ ਕਿ ਇੱਥੇ ਕੋਈ ਜਗ੍ਹਾ ਨਹੀਂ ਹੈ ਰੁਕਣ ਨੂੰ। ਉਹਨਾਂ ਨੇ ਮਸ਼ਕਰੀ ਕੀਤੀ ਤੇ ਗਨਕਾ ਦੇ ਘਰ ਵੱਲ ਇਸ਼ਾਰਾ ਕਰ ਦਿੱਤਾ ਕਿ ਸਰਾਂ ਹੀ ਹੈ ਰੁਕਣ ਵਾਸਤੇ। ਤੇ ਮਹਾਂਪੁਰਖਾਂ ਨੇ ਤੇ ਸਮੇਂ ਜਾ ਕਰਕੇ ਦਰਵਾਜ਼ਾ ਖੜਕਾ ਦਿੱਤਾ। ਜਦੋਂ ਦਰਵਾਜ਼ਾ ਖੜਕਾਇਆ, ਗਨਕਾ ਨੇ ਦਰਵਾਜ਼ਾ ਖੋਲ੍ਹਿਆ। ਆਪਣੇ ਦੁਆਰੇ ਤੇ ਸੰਤ ਖਲੋਤੇ ਵੇਖ ਕੇ ਗਨਕਾ ਦੇ ਦਿਲ ਦੀਆਂ ਗਹਿਰਾਈਆਂ ਤੋਂ ਭੈ ਦੇ ਸਹਿਤ ਰਾਮ ਦਾ ਨਾਮ ਨਿਕਲਿਆ। ਜਦੋਂ ਮਹਾਂਪੁਰਖ ਅੰਦਰ ਪ੍ਰਵੇਸ਼ ਹੋਏ, ਵੇਖਿਆ ਕਿ ਤਾਂ ਗਲਤ ਥਾਵੇਂ ਅਸੀਂ ਆ ਗਏ ਹਾਂ। ਜਦੋਂ ਮੁੜਨ ਲੱਗੇ, ਗਨਕਾ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਚਰਨਾਂ ਤੇ ਢਹਿ ਪਈ, ਕਹਿਣ ਲੱਗੀ, ਮਹਾਰਾਜ
ਇੱਥੇ ਤਾਂ ਸਾਰੇ ਵਿਸ਼ਈ ਲੋਕ ਆਉਂਦੇ ਐ। ਤੁਸੀਂ ਮੇਰੇ ਦੁਆਰੇ ਤੇ ਮੈਨੂੰ ਦਰਸ਼ਨ ਦਿੱਤੇ ਆ ਕਰਕੇ। ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ। ਬਾਹਰ ਬਰਖਾ ਪੈ ਰਹੀ ਸੀ। ਮਹਾਂਪੁਰਖ ਉਹਦਾ ਭਾਵ ਵੇਖ ਕੇ ਰੁਕ ਗਏ। ਗਨਕਾ ਨੇ ਤੇ ਸਮੇਂ ਪੱਠੀ ਬਾਲੀ, ਅੱਗ ਸਕਾਈ। ਜਿਹੜੇ ਗਵਸਤਰ ਗਿੱਲੇ ਹੋ ਗਏ ਸੀ ਉਹ ਵੀ ਸੁੱਕ ਗਏ। ਨਿੱਘ ਆਇਆ ਬਹੁਤ। ਗਨਕਾ ਨੇ ਤੇ ਸਮੇਂ ਘਗਿਆ ਕੇ ਬੇਨਤੀ ਕੀਤੀ, ਮਹਾਰਾਜ ਪਾਪਾਂ ਵਿੱਚ ਹੀ ਜ਼ਿੰਦਗੀ ਲੰਘ ਗਈ। ਮੇਰਾ ਕੋਈ ਭਲਾ ਹੋ ਸਕਦਾ ਹੈ, ਮੇਰੀ ਕਲਿਆਣ ਹੋ ਸਕਦੀ ਹੈ। ਮਹਾਤਮਾ ਕੋਲ ਇੱਕ ਪਿੰਜਰਾ ਸੀ ਛੋਟਾ, ਉਹਦੇ ਵਿੱਚ ਤੋਤਾ ਸੀ। ਉਹ ਤੋਤਾ ਜਿਹੜਾ ਸੀ ਤੇ ਸਮੇਂ ਮਹਾਤਮਾ ਨੇ ਵੇਸਵਾ ਨੂੰ ਦੇ ਦਿੱਤਾ। ਗਨਕਾ ਨੂੰ ਕਿਹਾ, ਸਵੇਰੇ ਇਸ਼ਨਾਨ ਕਰਕੇ ਇਹਨੂੰ ਤੂੰ ਰਾਮ ਦਾ ਨਾਮ ਪੜ੍ਹਾਇਆ ਕਰੀ। ਤੇ ਸਮੇਂ ਜਦੋਂ ਇਹ ਉਪਦੇਸ਼ ਦੇ ਕਰਕੇ ਭਾਈ ਸਾਹਿਬ ਜੀ ਨੇ ਲਿਖਿਆ, ਲਿਵ ਲਾਗੀ ਤਿਸ ਤੋਤੇ ਹੋਂ। ਅੰਮ੍ਰਿਤ ਵੇਲੇ ਉੱਠ ਕੇ ਗਨਕਾ ਗੰਗਾ ਰਾਮ ਕਹਿ ਰਾਮ ਰਾਮ ਇਉਂ ਨੂੰ ਨਾਮ ਪੜ੍ਹਾਉਂਦੀ ਹੈ। ਤੇ ਹੌਲੀ ਹੌਲੀ ਗਨਕਾ ਦਾ ਆਪਣਾ ਮਨ ਜਿਹੜਾ ਸੀ ਨਾਮ ਦੇ ਜਪਣੇ ਕਰਕੇ ਪਵਿੱਤਰ ਹੋਣ ਲੱਗ ਪਿਆ। ਹੌਲੀ ਹੌਲੀ ਰਸਨਾ ਤੇ ਰਸ ਆਉਣ ਲੱਗ ਪਿਆ। ਘਰ ਦਾ ਵਾਤਾਵਰਨ ਨਾਮ ਦੇ ਜਪਣੇ ਕਰਕੇ ਸ਼ੁੱਧ ਹੋਣ ਲੱਗ ਪਿਆ। ਜਦੋਂ ਇਉਂ ਗਨਕਾ ਨੂੰ ਰਸ ਆਉਣ ਲੱਗ ਗਿਆ, ਆਨੰਦ ਆਉਣ ਲੱਗ ਗਿਆ, ਤੇ ਬੜੇ ਪਿਆਰ ਨਾਲ ਗਨਕਾ ਫਿਰ ਹਰ ਵੇਲੇ ਚਿਤ ਨਾਮ 'ਚ ਹੀ ਜੁੜਿਆ ਰਿਹਾ ਕਰੇ। ਨਿਯਮ ਨਾਲ ਉੱਠ ਕਰਕੇ ਤੋਤੇ ਨੂੰ ਨਾਮ ਪੜ੍ਹਾਇਆ ਕਰੇ। ਤੇ ਉਹਦੀ ਲਿਵ ਲੱਗ ਗਈ, ਸੁਰਤ ਲੱਗ ਗਈ ਉਸ ਤੋਤੇ ਤੋਂ। ਇਹ ਮਹਾਤਮਾ ਨੇ ਇੱਕ ਜੁਗਤ ਦਿੱਤੀ ਤੇ ਗਨਕਾ ਦਾ ਉਧਾਰ ਕਰਨ ਲਈ ਉਹਨੂੰ ਪਰਮੇਸ਼ਰ ਦੀ ਸ਼ਰਨ ਪੈਣ ਵਾਸਤੇ ਪ੍ਰੇਰਿਤ ਕੀਤਾ, ਨਾਮ ਦੇ ਜਪਣ ਲਈ ਪ੍ਰੇਰਿਤ ਕੀਤਾ। ਤੇ ਜਦੋਂ ਇੱਕ ਰਾਤ ਜਿਹੜਾ ਤੋਤਾ ਸੀ ਉਹਨੂੰ ਸੱਪ ਨੇ ਡੰਗ ਲਿਆ ਤੇ ਗਨਕਾ ਇਸ਼ਨਾਨ ਕਰਕੇ ਕਹੇ ਗੰਗਾ ਰਾਮ ਬੋਲ ਰਾਮ ਰਾਮ, ਉਹ ਆਵਾਜ਼ ਨਾ ਅੱਗੋਂ ਦਵੇ। ਗਨਕਾ ਨੇ ਸੋਚਿਆ ਕਿ ਸ਼ਾਇਦ ਤੋਤਾ ਸੁੱਤਾ ਪਿਆ। ਤੋਤੇ ਨੂੰ ਜਗਾਉਣ ਲਈ ਜਦੋਂ ਪਿੰਜਰੇ ਵਿੱਚ ਹੱਥ ਪਾਇਆ, ਸੱਪ ਉੱਥੇ ਹੀ ਸੀਗਾ। ਉਹਨੇ ਉਸੇ ਸਮੇਂ ਗਨਕਾ ਨੂੰ ਵੀ ਡੰਗ ਮਾਰਿਆ ਤੇ ਹੌਲੀ ਹੌਲੀ ਗਨਕਾ ਆਪਣੇ ਮੁਖ ਤੋਂ ਰਾਮ ਰਾਮ ਜਪ ਰਹੀ ਸੀ। ਜਦੋਂ ਉਹਦੇ ਪ੍ਰਾਣ ਪੰਖੇਰੂ ਹੋਏ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਕਿਹਾ ਕਿ ਗਈ ਬੈਕੁੰਠ ਬਿਮਾਨ ਚੜ੍ਹ। ਉਹਨੂੰ ਤੇ ਸਮੇਂ ਬਿਮਾਨ ਲੈਣ ਆਏ ਤੇ ਉਹ ਬਿਮਾਨ ਦੇ ਉੱਪਰ ਚੜ੍ਹ ਕਰਕੇ ਬੈਕੁੰਠ ਨੂੰ ਉਸਨੇ ਗਮਨ ਕੀਤਾ। ਐਸੀ ਗਨਕਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ। ਜਿਹ ਸਿਮਰਤ ਗਨਕਾ ਸੀ ਉਦਰੀ, ਜਿਸ ਵਾਹਿਗੁਰੂ ਦੇ ਨਾਮ ਨੂੰ ਸਿਮਰ ਕਰਕੇ ਗਨਕਾ ਵਰਗੀ ਵੇਸਵਾ ਉਧਰ ਗਈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੇ ਮੇਰੇ ਮਨਾ, ਤੂੰ ਵੀ ਵਾਹਿਗੁਰੂ ਦੀ ਸ਼ਰਨ ਪੈਣ ਦੀ ਵਿਚਾਰ ਕਰ ਲੈ। ਤੂੰ ਮਾਇਆ ਦੀ ਸ਼ਰਨ ਪੈਣ ਦੀ ਵਿਚਾਰ ਬੜੀ ਕੀਤੀ ਹੈ ਕਿ ਇਸ ਤੋਂ ਬਿਨਾਂ ਨਹੀਂ ਮੇਰਾ ਜਿਹੜਾ ਸੰਸਾਰ ਵਿੱਚ ਨਿਰਵਾਹ ਹੋਣਾ। ਪਰ ਸਤਿਗੁਰੂ ਜੀ ਕਹਿੰਦੇ ਨੇ ਵੇਖ ਦੁੱਖਾਂ ਤੋਂ ਛੁੱਟ ਜਾਵੇਂਗਾ। ਐਡੀ ਪਾਪਣ ਦਾ ਉਧਾਰ ਕਰ ਦਿੱਤਾ ਵਾਹਿਗੁਰੂ ਦੇ ਨਾਮ ਨੇ। ਤੇ ਸਤਿਗੁਰੂ ਜੀ ਕਹਿੰਦੇ ਭਾਈ ਤੇਰਾ ਕਿਉਂ ਨਾ ਉਧਾਰ ਹੋਵੇਗਾ। ਇਸ ਕਰਕੇ ਹੇ ਮੇਰੇ ਮਨਾ, ਪ੍ਰਭੂ ਦੇ ਸ਼ਰਨ ਪੈਣ ਦੀ ਵਿਚਾਰ ਕਰ। ਕਿੱਡੇ ਲਾਭ ਨੇ ਵਾਹਿਗੁਰੂ ਦੀ ਸ਼ਰਨ ਦੇ ਅੰਦਰ। ਜਿਸ ਨਾਮ ਨੂੰ ਸਿਮਰ ਕਰਕੇ ਗਨਕਾ ਦਾ ਉਧਾਰ ਹੋ ਗਿਆ, ਕਲਿਆਣ ਹੋ ਗਈ। ਤਾਕੋ ਜਸ ਉਰ ਧਾਰੋ। ਤਿਸ ਵਾਹਿਗੁਰੂ ਦੇ ਜਸ ਨੂੰ ਆਪਣੇ ਅੰਦਰ ਧਾਰਨ ਕਰ ਲੈ, ਵਾਹਿਗੁਰੂ ਨੂੰ ਚੇਤੇ ਕਰ ਲੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰਾ ਵੀ ਉਧਾਰ ਹੋ ਜਾਵੇਗਾ, ਤੇਰੀ ਵੀ ਕਲਿਆਣ ਵਾਹਿਗੁਰੂ ਦਾ ਨਾਮ ਕਰ ਦੇਵੇਗਾ। ਇਸ ਕਰਕੇ ਤੂੰ ਪ੍ਰਭੂ ਦੇ ਨਾਮ ਦੀ ਸ਼ਰਨ ਪੈਣ ਦੀ ਵਿਚਾਰ ਕਰ। ਗੁਰੂ ਉਪਦੇਸ਼ ਨੂੰ ਸੁਣ ਕਰਕੇ ਐਵੇਂ ਆਪਣੇ ਜਿਹੜਾ ਹੈ ਕੰਨਾਂ ਵਿੱਚ ਸੁਣ ਕੇ ਦੂਸਰੇ ਕੰਨ ਕੱਢ ਨਾ ਦਿਆ ਕਰ। ਮਹਾਰਾਜ ਦੇ ਉਪਦੇਸ਼ ਤੇ ਵਿਚਾਰ ਕਰਿਆ ਕਰ, ਗੁਰੂ ਜੀ ਦੇ ਉਪਦੇਸ਼ ਦਾ ਮੰਨਣ ਕਰਿਆ ਕਰ। ਫਿਰ ਉਪਦੇਸ਼ ਨੂੰ ਮੰਨ ਕਰਕੇ ਕਮਾਈ ਕਰਿਆ ਕਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਤਿਸ ਪਰਮੇਸ਼ਰ ਦੇ ਜਸ ਨੂੰ ਤੂੰ ਵੀ ਆਪਣੇ ਉਰ ਹਿਰਦੇ ਦੇ ਅੰਦਰ ਧਾਰਨ ਕਰ ਲੈ। ਜਿਸ ਤਰ੍ਹਾਂ ਗਨਕਾ ਨੇ ਧਾਰਨ ਕੀਤਾ ਸੀ ਤੇ ਉਸ ਦੀ ਕਲਿਆਣ ਹੋ ਗਈ ਸੀ।
ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਪ੍ਰਭੂ ਦੀ ਵਾਹਿਗੁਰੂ ਦੀ ਸ਼ਰਨ ਪੈਣ ਦਾ ਕਿੱਡਾ ਸੁਖ ਵੈ, ਇਸ ਗੱਲ ਦੀ ਵਿਚਾਰ ਕਰ ਲੈ ਗੁਰੂ ਉਪਦੇਸ਼ ਦੁਆਰਾ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਅਟਲ ਭਇਓ ਧਰੂਵ ਜਾ ਕੈ ਸਿਮਰਨ। ਫਿਰ ਸੱਚੇ ਪਾਤਸ਼ਾਹ ਜੀ ਦੂਸਰਾ ਪ੍ਰਮਾਣ ਦਿੰਦੇ ਹੈ ਕਿ ਜਿਸ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਜਿਹੜੇ ਧਰੂਵ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਅਟਲ ਹੋ ਗਏ ਸਦਾ ਸਦਾ ਲਈ, ਨਿਸ਼ਚਲ ਹੋ ਗਏ ਸਦਾ ਸਦਾ ਲਈ। ਇਹ ਰਾਰੇ ਨਾਲ ਜਿਹੜਾ ਹੈ ਪਾਠ ਪਹਿਲੇ ਹੱਥ ਲਿਖਤ ਸਰੂਪਾਂ ਵਿੱਚ ਪਾਠ ਜਿਹੜਾ ਉਹ ਧੂ ਸ਼ਬਦ ਆਉਂਦਾ ਹੈ, ਅਟਲ ਭਇਓ ਧੂ ਜਾ ਕੈ ਸਿਮਰਨ। ਹੁਣ ਜੋ ਨਵੇਂ ਸਰੂਪ ਛਪਦੇ ਆ ਉਹਨਾਂ ਵਿੱਚ ਧਰੂ ਪਾਠ ਜਿਹੜਾ ਰਾਰਾ ਪੈਰ ਵਿੱਚ ਲਿਖਿਆ ਆਉਂਦਾ, ਪਰ ਪਹਿਲੇ ਹੱਥ ਲਿਖਤ ਸਰੂਪਾਂ ਦੇ ਅੰਦਰ ਧੂ ਪਾਠ ਆਉਂਦਾ ਹੈ। ਤੋ ਸੱਚੇ ਪਾਤਸ਼ਾਹ ਇਹ ਧਰੂ ਭਗਤ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਤੇ ਧਰੂ ਜੀ ਜਦੋਂ ਹੱਸਦੇ ਹੋਏ ਘਰ ਵਿੱਚ ਆਏ ਹੈ ਤੇ ਪਿਆਰ ਕਰਦਿਆਂ ਹੋਇਆਂ ਉਤਾਨ ਪਦ ਪਿਤਾ ਨੇ ਆਪਣੀ ਗੋਦ ਵਿੱਚ ਲੈ ਲਿਆ। ਤੇ ਤਿਸ ਸਮੇਂ ਭਾਈ ਸਾਹਿਬ ਨੇ ਲਿਖਿਆ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਿਤਰੇਈ ਕੀਤਾ। ਮਿਤਰੇਈ ਮਾਂ ਨੇ ਤਿਸ ਸਮੇਂ ਧਰੂ ਜੀ ਨੂੰ ਨਾ ਖਿੱਚ ਕੇ ਪਿਓ ਦੀ ਗੋਦ ਵਿੱਚੋਂ ਉਠਾ ਦਿੱਤਾ। ਕਹਿਣ ਲੱਗੀ, ਜੇ ਜਨਮ ਲੈਣਾ ਵਾਹਿਗੁਰੂ ਜੇ ਪਿਤਾ ਦੀ ਗੋਦ ਵਿੱਚ ਬੈਠਣਾ ਤਾਂ ਫਿਰ ਮੇਰੀ ਕੁੱਖ ਤੋਂ ਜਨਮ ਲੈਣਾ ਸੀਗਾ, ਇਉਂ ਤੂੰ ਪਿਤਾ ਦੀ ਗੋਦ ਵਿੱਚ ਬਹਿ ਨਹੀਂ ਸਕਦਾ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋ ਲਿਕਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿ ਸਰੀਤਾ। ਤੇ ਸਮੇਂ ਹੌਕੇ ਲੈਣ ਲੱਗ ਪਏ ਧਰੂ ਜੀ, ਕਿਉਂਕਿ 5 ਸਾਲ ਕੋ ਅਨਾਥ ਧਰੂ ਬਾਰਕ। ਇਹ 5 ਸਾਲਾਂ ਦੇ ਸੀਗੇ ਜਦੋਂ ਇਹ ਘਟਨਾ ਵਾਪਰੀ ਹੈ। 5 ਸਾਲ ਦੀ ਉਮਰ ਤੇ ਭਾਈ ਸਾਹਿਬ ਲਿਖਦੇ, ਡੱਡੋ ਲਿਕਾ ਮਾਂ ਪੁੱਛੈ। ਇਹ ਹੌਕੇ ਲੈਣ ਲੱਗ ਪਏ, ਨਾਲੇ ਰੋਣ ਲੱਗ ਪਏ ਤੇ ਆਪਣੀ ਮਾਂ ਨੂੰ ਆ ਕਰਕੇ ਪੁੱਛਦੇ ਐ, ਮਾਂ ਤੂੰ ਸਵਾਣੀ ਹੈ ਕਿ ਸਰੀਤਾ। ਦੱਸ ਤੂੰ ਮਾਂ ਮੇਰੇ ਪਿਤਾ ਨੂੰ ਵਿਆਹੀ ਆਈ ਹੋਈ ਪਟਰਾਣੀ ਹੈ ਕਿ ਜਾਂ ਤੂੰ ਕੋਈ ਗੋਲੀ ਹੈ। ਤੇ ਇਸ ਸਮੇਂ ਆਪਣੀ ਮਾਂ ਨੂੰ ਜਦੋਂ ਧਰੂ ਜੀ ਨੇ ਇਸ ਪ੍ਰਕਾਰ ਪੁੱਛਣਾ ਕੀਤਾ ਤਾਂ ਮਾਂ ਨੇ ਅੱਗੋਂ ਉੱਤਰ ਦਿੱਤਾ ਹੈ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਕਹਿਣ ਲੱਗੇ, ਪੁੱਤਰ ਮੈਂ ਤੇਰੇ ਪਿਤਾ ਨੂੰ ਵਿਆਹੀ ਆਈ ਹੋਈ ਪਟਰਾਣੀ ਹਾਂ, ਪਰ ਨਾਮ ਨਹੀਂ ਜਪਿਆ, ਭਾਵ ਭਗਤੀ ਨਹੀਂ ਕੀਤੀ, ਕੋਈ ਸ਼ੁਭ ਕਰਮ ਨਹੀਂ ਦ੍ਰਿੜ ਕੀਤਾ। ਇਸ ਕਰਕੇ ਪਟਰਾਣੀ ਹੁੰਦਿਆਂ ਹੋਇਆਂ ਵੀ ਮੇਰੀ ਹਾਲਤ ਗੋਲੀਆਂ ਵਾਲੀ ਹੋ ਰਹੀ ਹੈ। ਇਉਂ ਧਰੂ ਜੀ ਦੀ ਮਾਤਾ ਨੇ ਉਪਦੇਸ਼ ਦਿੱਤਾ। ਫਿਰ ਧਰੂ ਜੀ ਨੇ ਮਾਂ ਨੂੰ ਪੁੱਛਿਆ, ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਵਣ ਮੀਤਾ। ਤੇ ਮਾਂ ਨੂੰ ਪੁੱਛਦੇ ਆ, ਮਾਂ ਰਾਜ ਭਾਗ ਫਿਰ ਕਿਵੇਂ ਪ੍ਰਾਪਤ ਹੋ ਸਕਦਾ ਹੈ, ਕਿਸ ਉਦਮ ਤੇ ਰਾਜ ਮਿਲੇ। ਮਾਤਾ, ਕਿਸ ਉਦਮ ਤੋਂ ਮੈਨੂੰ ਰਾਜ ਭਾਗ ਪ੍ਰਾਪਤ ਹੋ ਸਕਦਾ ਹੈ। ਤੇ ਮਾਂ ਨੇ ਕਿਹਾ ਹੈ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ। ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਨਾ, ਤਾਂ ਕਰਕੇ ਇਹ ਹਾਲਤ ਹੈ। ਵਾਹਿਗੁਰੂ ਦਾ ਨਾਮ ਜਪੀਏ ਤਾਂ ਜਿਸ ਕਰਕੇ ਪਾਪੀ ਵੀ ਪਵਿੱਤਰ ਹੋ ਜਾਂਦੇ। ਤੇ ਫਿਰ ਭਾਈ ਸਾਹਿਬ ਲਿਖਿਆ ਹੈ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਮਨ ਦੇ ਅੰਦਰ ਬੈਰਾਗ ਆ ਗਿਆ ਧਰੂ ਜੀ ਦੇ, ਤੇ ਅਤੀਤ ਹੋ ਕੇ ਬੈਰਾਗੀ ਹੋ ਕਰਕੇ ਬਾਹਰ ਜੰਗਲ ਨੂੰ ਚੱਲ ਪਏ ਤਪ ਕਰਨ ਵਾਸਤੇ। ਤੇ ਇਸ ਸਮੇਂ ਰਸਤੇ ਵਿੱਚ ਨਾਰਦ ਮੁਨੀ ਜੀ ਮਿਲੇ। ਕਹਿਣ ਲੱਗੇ, ਬਈ ਧਰੂ ਤੂੰ ਕਿੱਧਰ ਚੱਲਿਆ? ਕਹਿੰਦਾ, ਮੈਂ ਤਪ ਕਰਨ ਚੱਲਿਆ, ਪਰਮੇਸ਼ਰ ਦਾ ਨਾਮ ਜਪਣ ਚੱਲਿਆ। ਨਾਰਦ ਮੁਨੀ ਜੀ ਕਹਿੰਦੇ, ਉੱਥੇ ਜੰਗਲ 'ਚ ਤਾਂ ਸ਼ੇਰ ਤੈਨੂੰ ਖਾ ਜੂਗੇ, ਫਿਰ ਤੂੰ ਕੀ ਤਪ ਕਰੇਂਗਾ? ਧਰੂ ਜੀ ਕਹਿਣ ਲੱਗੇ, ਜਦੋਂ ਪਰਮੇਸ਼ਰ ਦੇ ਹੀ ਪ੍ਰਾਇਣ ਹੋ ਗਏ ਫਿਰ ਸ਼ੇਰ ਖਾ ਜਾਣ, ਬਗਿਆੜ ਖਾ ਜਾਣ, ਜੋ ਮਰਜ਼ੀ ਹੋ ਜੇ, ਫਿਰ ਹੁਣ ਕਾਹਦਾ ਭੈ ਕਰਨਾ। ਇਉਂ। ਫਿਰ ਜਦੋਂ ਧਰੂ ਜੀ ਦਾ ਨਿਸ਼ਚਾ ਵੇਖਿਆ ਨਾ, ਫਿਰ ਨਾਰਦ ਮੁਨ ਉਪਦੇਸਿਆ।
ਨਾਮ ਨਿਧਾਨ ਅੰਮਿਓ ਰਸ ਪੀਤਾ। ਇਹ ਨਾਰਦ ਮੁਨੀ ਜੀ ਨੇ ਫਿਰ ਉਪਦੇਸ਼ ਦਿੱਤਾ। ਧਰੂ ਜੀ ਨੇ ਫਿਰ ਐਸਾ ਨਾਮ ਜਪਿਆ ਕਿ ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰਹੁ ਨਿਤ ਨੀਤਾ। ਰਾਜੇ ਨੇ ਵੀ ਸੱਦ ਕੇ ਫਿਰ ਆਪਣਾ ਸਾਰਾ ਰਾਜ ਭਾਗ ਕਿਹਾ ਕਿ ਲੈ ਲੈ, ਕਹਿੰਦੇ ਹੁਣ ਰਾਜ ਨਹੀਂ ਕਰਨਾ। ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਵਿੱਚ ਹੀ ਸੁਰਤ ਲੱਗ ਗਈ। ਹਾਰ ਚੱਲੇ ਗੁਰਮੁਖ ਜਗ ਜੀਤਾ। ਭਾਈ ਗੁਰਦਾਸ ਸਾਹਿਬ ਨੇ ਇਹ ਗਵਾਹੀ ਦਿੱਤੀ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ, ਇੱਥੇ ਧਰੂ ਜੀ ਦਾ ਮਹਾਰਾਜ ਜ਼ਿਕਰ ਕਰਦੇ ਹੋਏ, ਅਟਲ ਭਇਓ ਧੂ ਜਾ ਕੇ ਸਿਮਰਨ। ਜਿਸ ਵਾਹਿਗੁਰੂ ਦੇ ਨਾਮ ਦੇ ਸਿਮਰਨ ਕਰਨੇ ਕਰਕੇ ਧਰੂ ਜੀ ਸਦਾ ਸਦਾ ਲਈ ਅਟਲ ਹੋ ਗਏ। ਵਾਹਿਗੁਰੂ ਨੇ ਏਡਾ ਵਰ ਬਖਸ਼ਿਸ਼ ਕੀਤਾ ਕਿ 36,000 ਵਰਾ ਰਾਜ ਕੀਤਾ, ਫਿਰ ਸਦਾ ਸਦਾ ਲਈ ਅਟਲ ਪਦਵੀ ਦੇ ਕਰਕੇ ਨਵਾਜਿਆ। ਮਹਾਰਾਜ ਨੇ ਬਾਣੀ ਵਿੱਚ ਵੀ ਇਹ ਜ਼ਿਕਰ ਆਇਆ ਨਾ ਕਿ 5 ਬਰਖ ਕੋ ਅਨਾਥ ਧਰੂ ਬਾਰਖ। ਅਨਾਥ ਸੀ ਕਿਉਂਕਿ ਪਿਤਾ ਦੀ ਗੋਦ ਵਿੱਚ ਬੈਠਣ ਨਹੀਂ ਦਿੱਤਾ, ਸਾਰਿਆਂ ਨੂੰ ਛੱਡ ਆਏ। ਹਰ ਸਿਮਰਤ ਅਮਰ ਅਟਾਰੇ। ਵਾਹਿਗੁਰੂ ਨੂੰ ਸਿਮਰਦਿਆਂ ਹੋਇਆਂ ਸਦਾ ਲਈ ਅਮਰਾ ਪਦਵੀ, ਅਟਲ ਪਦਵੀ ਨੂੰ ਪ੍ਰਾਪਤ ਹੋ ਗਏ। ਵਾਹਿਗੁਰੂ ਜੀ ਨੇ ਵਰ ਦਿੱਤਾ, ਤੇਰਾ ਸਾਰਾ ਤਾਰਾ ਮੰਡਲੀ ਤੇਰੀ ਪਰਿਕਰਮਾ ਕਰੇਗਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਅਟਲ ਭਇਓ ਧਰੂ ਜਾ ਕੇ ਸਿਮਰਨ। ਧਰੂ ਭਗਤ ਜੀ ਜਿਸ ਵਾਹਿਗੁਰੂ ਦੇ ਨਾਮ ਨੂੰ ਸਿਮਰਨੇ ਕਰਕੇ ਸਦਾ ਸਦਾ ਲਈ ਅਟਲ ਹੋ ਗਏ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੇ ਮੇਰੇ ਮਨਾ, ਤੂੰ ਵੀ ਵਾਹਿਗੁਰੂ ਦੀ ਸ਼ਰਨ ਪੈਣ ਦੀ ਵਿਚਾਰ ਕਰ ਲੈ, ਪਰਮੇਸ਼ਰ ਦੇ ਨਾਮ ਨੂੰ ਜਪ ਲੈ। ਜਿਸ ਨਾਮ ਨੂੰ ਜਪ ਕੇ ਧਰੂ ਜੀ ਸਦਾ ਲਈ ਅਮਰ ਤੇ ਅਟਲ ਹੋ ਗਏ। ਅਰ ਨਿਰਭੈ ਪਦ ਪਾਇਆ। ਅਤੇ ਨਿਰਭੈ ਪਦਵੀ ਨੂੰ ਧਰੂ ਜੀ ਨੇ ਪ੍ਰਾਪਤ ਕੀਤਾ, ਜਿੱਥੇ ਭੈ ਨਹੀਂ ਕੋਈ ਵਿਆਪਦਾ ਆ ਕਰਕੇ, ਮੌਤ ਦਾ ਭੈ ਨਹੀਂ ਆ ਕਰਕੇ ਖਾਂਦਾ। ਉਸ ਅਮਰ ਪਦਵੀ ਨੂੰ, ਨਿਰਭੈ ਪਦਵੀ ਨੂੰ ਧਰੂ ਜੀ ਨੇ ਵਾਹਿਗੁਰੂ ਦੀ ਸ਼ਰਨ ਪੈਣੇ ਕਰਕੇ ਪ੍ਰਾਪਤ ਕੀਤਾ। ਦੁਖ ਹਰਤਾ ਇਹ ਬਿਦ ਕੋ ਸੁਆਮੀ। ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਐ, ਜਿਹੜਾ ਮੇਰੇ ਸੁਆਮੀ ਮਾਲਕ ਦਾ ਵਾਹਿਗੁਰੂ ਦਾ ਨਾਮ ਹੈ ਨਾ, ਉਹ ਦੁੱਖਾਂ ਨੂੰ ਹਰਨ ਵਾਲਾ ਹੈ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਇਸ ਤਰੀਕੇ ਨਾਲ ਜਪਿਆ ਹੋਇਆ ਨਾਮ ਪ੍ਰੀਤ ਲਾ ਕਰਕੇ ਸਾਰੇ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ। ਇਸ ਕਰਕੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਵਾਹਿਗੁਰੂ ਦੇ ਸ਼ਰਨ ਪੈਣ ਦੀ ਤੂੰ ਵੀ ਸੋਚ ਲੈ, ਮਨ ਦੇ ਅੰਦਰ ਕਿਉਂ ਗਾਫਲ ਹੋਇਆ ਫਿਰਦਾ। ਵਾਹਿਗੁਰੂ ਦੀ ਸ਼ਰਨ ਪੈ ਲੈ ਰੇ ਮਨ, ਓਟ ਲਿਹੋ ਹਰ ਨਾਮਾ। ਮਹਾਰਾਜ ਕਹਿੰਦੇ ਨੇ, ਵਾਹਿਗੁਰੂ ਦੀ ਓਟ ਲੈ ਲੈਣਾ ਕਰ। ਤੈ ਕਾਹੇ ਬਿਸਰਾਇਆ। ਤੂੰ ਕਿਉਂ ਐਵੇਂ ਭੁਲਾ ਛੱਡਿਆ ਵਾਹਿਗੁਰੂ ਦਾ ਨਾਮ। ਐਡਾ ਉਪਕਾਰੀ ਨਾਮ ਤੂੰ ਚੇਤੇ ਕਿਉਂ ਨਹੀਂ ਕਰਦਾ। ਕਿੰਨਾ ਤੇਰੇ ਮਨ ਤੇ ਪੜਦਾ, ਕਿੰਨਾ ਤੇਰੀ ਬੁੱਧੀ ਤੇ ਪੜਦਾ ਪਿਆ ਹੋਇਆ। ਇੰਨਾ ਗਾਫਲ ਹੈ ਕਿ ਸੁਣਦਿਆਂ ਹੋਇਆਂ ਵੀ ਤੈਨੂੰ ਸੁਣਾਈ ਨਹੀਂ ਦੇ ਰਿਹਾ। ਸਮਝ ਹੈ ਤੈਨੂੰ, ਪਰ ਤੂੰ ਸਮਝਣਾ ਹੀ ਨਹੀਂ ਚਾਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਵੇਖ ਵਾਹਿਗੁਰੂ ਦੀ ਤੂੰ ਸ਼ਰਨ ਕਿਉਂ ਨਹੀਂ ਗ੍ਰਹਿਣ ਕਰਦਾ। ਹਜੂਰ ਫਰਮਾਉਂਦੇ ਹਨ, ਫਿਰ ਪੜ੍ਹ ਦਿਓ। ਦੁਖ ਹਰਤਾ ਇਹ ਬਿਦ ਕੋ ਸੁਆਮੀ। ਮਹਾਰਾਜ ਕਹਿੰਦੇ ਨੇ, ਭਾਈ ਇਸ ਵਿਧੀ ਨਾਲ ਵਾਹਿਗੁਰੂ ਦੁੱਖ ਹਰ ਦਿੰਦੇ ਆ। ਜੇ ਕੋਈ ਨਾਮ ਜਪੇ, ਉਹਨਾਂ ਦਾ ਚੇਤਾ ਕਰੇ, ਪਰਮੇਸ਼ਰ ਦੀ ਸ਼ਰਨ ਲਵੇ, ਤਾਂ ਵਾਹਿਗੁਰੂ ਸਭ ਦੁੱਖਾਂ ਨੂੰ ਨਾਸ਼ ਕਰ ਦਿੰਦੇ ਆ। ਜਿਵੇਂ ਧਰੂ ਜੀ ਦੇ ਸਾਰੇ ਹੀ ਜਿਹੜੇ ਦੁੱਖ ਸੀ ਨਾਸ਼ ਕਰ ਦਿੱਤੇ, ਗਨਕਾ ਦੇ ਸਾਰੇ ਪਾਪ ਨਾਸ਼ ਕਰ ਦਿੱਤੇ। ਤੈ ਕਾਹੇ ਬਿਸਰਾਇਆ। ਤੂੰ ਕਿਉਂ ਵਾਹਿਗੁਰੂ ਦੇ ਨਾਮ ਨੂੰ ਭੁਲਾ ਛੱਡਿਆ ਹੈ। ਕਿਉਂ ਤੂੰ ਆਪਣੇ ਮਨ ਦੇ ਅੰਦਰ ਐਸੀ ਗਾਫਲਤਾਈ ਧਾਰਨ ਕੀਤੀ ਹੈ। ਪ੍ਰਭ ਕੀ ਸ਼ਰਨ ਵਿਚਾਰੋ। ਤੂੰ ਵੀ ਵਾਹਿਗੁਰੂ ਦੀ ਸ਼ਰਨ ਪੈਣ ਦੀ ਸੋਚ ਲੈ। ਜਿਨ੍ਹਾਂ ਨੇ ਸ਼ਰਨ ਪੈ ਕਰਕੇ ਆਪਣੇ ਜਨਮ ਦਾ ਲਾਹਾ ਖੱਟ ਲਿਆ, ਤੇ ਹੇ ਮਨਾ, ਤੂੰ ਵੀ ਐਸੇ ਦਿਆਲੂ ਕਿਰਪਾਲੂ ਵਾਹਿਗੁਰੂ ਦੀ ਸ਼ਰਨ ਪੈ ਜਾ, ਨਾਮ ਜਪ ਲੈ। ਜਬ ਹੀ ਸਰਨ ਗਹੀ ਕਿਰਪਾ ਨਿਧ। ਹੋਰ ਸਤਿਗੁਰੂ ਜੀ ਪ੍ਰਮਾਣ ਦਿੰਦੇ ਐ, ਜਿਸ ਵਕਤ ਕਿਰਪਾ ਦੀ ਖਾਣ ਮੇਰੇ ਵਾਹਿਗੁਰੂ ਦੀ ਸ਼ਰਨ ਪਕੜ ਲਈ। ਕਿੰਨੇ ਪਕੜੀ? ਹਜੂਰ ਦੱਸਦੇ ਐ, ਗਜ ਗਰਾਹ ਤੇ ਛੂਟਾ। ਜਿਹੜਾ ਗਜ ਹਾਥੀ ਸੀ ਨਾ, ਉਹ ਗਰਾਹ ਤੰਦੂਏ ਤੋਂ ਉਸੇ ਸਮੇਂ ਹੀ ਛੁੱਟ ਗਿਆ। ਇਹ ਹਰੀਹਰ ਖੇਤਰ ਤੇ ਵਾਪਰੀ ਹੋਈ ਘਟਨਾ ਦਾ ਮਹਾਰਾਜ ਜੀ ਜ਼ਿਕਰ ਕੀਤਾ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਸਾਖੀ ਦਾ ਇਉਂ ਜ਼ਿਕਰ ਆਉਂਦਾ ਹੈ ਕਿ ਇਹ
ਦੋਵੇਂ ਭਰਾ ਜਿਹੜੇ ਸੀ ਗੰਧਰਵ ਸੀਗੇ ਤੇ ਇਹਨਾਂ ਵਿੱਚ ਵਾਕ ਸਿੱਧੀ ਸੀ। ਆਪਣੇ ਪਿਤਾ ਦੀ ਜਾਇਦਾਦ ਨੂੰ ਵੰਡਣ ਸਮੇਂ ਇਹਨਾਂ ਵਿੱਚ ਝਗੜਾ ਹੋ ਗਿਆ। ਜਦੋਂ ਝਗੜਾ ਹੋ ਗਿਆ, ਵੱਡੇ ਭਰਾ ਨੇ ਜਦੋਂ ਜ਼ਿਆਦੀ ਜਾਇਦਾਦ ਜਿਹੜੀ ਸੀ ਉਹ ਲੈਣੀ ਚਾਹੀ ਤੇ ਛੋਟੇ ਨੇ ਤੇ ਇਸ ਸਮੇਂ ਕਿਹਾ, ਜਾ ਤੂੰ ਹਾਥੀ ਵਾਂਗ ਜਿਹੜਾ ਹੈ ਉਹ ਬਹੁਤਾ ਜ਼ਿਆਦਾ ਕਬਜ਼ਾ ਕਰਨ ਵਿੱਚ ਤੇ ਹਾਥੀ ਵਾਂਗ ਖਾਣ ਵਿੱਚ ਤੇਰੀ ਇੱਛਾ, ਜਾ ਤੂੰ ਹਾਥੀ ਬਣ। ਤੇ ਉਸ ਸਮੇਂ ਉਹਨੇ ਵੀ ਫਿਰ ਜਿਹੜਾ ਗੁੱਸੇ ਨਾਲ ਅੱਗੋਂ ਕਿਹਾ ਕਿ ਅੱਛਾ ਜਿਹੜਾ ਹੈ, ਜਦੋਂ ਉਸ ਸਮੇਂ ਕਿਹਾ ਕਿ ਹਾਥੀ ਬਣ, ਨਹੀਂ ਉਸ ਨੂੰ ਪਹਿਲਾਂ ਕਹਿੰਦਾ ਵਾਹਿਗੁਰੂ ਕਿ ਤੂੰ ਤੰਦੂਆ ਬਣ। ਤੇ ਉਸ ਸਮੇਂ ਉਹ ਕਹਿੰਦਾ ਕਿ ਤੂੰ ਅੱਛਾ ਹਾਥੀ ਬਣ। ਕਹਿੰਦਾ ਅੱਛਾ ਜੇ ਤੂੰ ਕਰਕੇ ਮੈਨੂੰ ਤੰਦੂਏ ਦਾ ਸ਼ਰਾਪ ਦਿੱਤਾ ਹੈ ਨਾ, ਤਾਂ ਮੈਂ ਫਿਰ ਤੈਨੂੰ ਹੀ ਪਕੜ ਕਰਕੇ ਜਿਹੜਾ ਹੈ ਇਹ ਮਾਰਾਂਗਾ। ਪਿਛਲਾ ਵੈਰ ਸੀਗਾ ਇਹਨਾਂ ਦਾ ਪਿਛਲੇ ਜਨਮ ਦਾ। ਤੇ ਜਦੋਂ ਹਾਥੀ ਆਪਣੇ ਪਰਿਵਾਰ ਦੇ ਸਮੇਤ ਆਇਆ ਹਰੀਹਰ ਖੇਤਰ ਦੇ ਉੱਤੇ ਪਾਣੀ ਪੀਣ ਵਾਸਤੇ, ਉਸ ਸਮੇਂ ਪਿਛਲੇ ਜਨਮ ਦਾ ਵੈਰ ਹੋਣੇ ਕਰਕੇ ਤੰਦੂਏ ਨੇ ਜਿਹੜਾ ਸੀ ਨਾ, ਗਰਾਹ ਨੇ ਇਹਦੀਆਂ ਲੱਤਾਂ ਨੂੰ ਤੇ ਸਮੇਂ ਆਪਣੀਆਂ ਤਾਰਾਂ ਨਾਲ ਜਕੜ ਲਿਆ ਤੇ ਪਾਣੀ ਵਿੱਚ ਡੋਬ ਕਰਕੇ ਜਿਸ ਵਕਤ ਮਾਰਨ ਲੱਗਾ, ਉਹ ਜ਼ਿਕਰ ਮਹਾਰਾਜ ਜੀ ਨੇ ਕੀਤਾ ਕਿ ਉਸ ਸਮੇਂ ਹਾਥੀ ਨੂੰ ਹੋਰ ਕੁਝ ਨਹੀਂ ਜਿਹੜਾ ਸੁਝਿਆ ਤੇ ਇੱਕ ਕਮਲ ਫੁੱਲ ਜਿਹੜਾ ਸੀ ਡੁੱਬਦੇ ਨੂੰ ਤੇ ਸਮੇਂ ਦਿਸਿਆ। ਆਪਣੀ ਸੁੰਨ ਦੇ ਨਾਲ ਉਸ ਕਮਲ ਫੁੱਲ ਨੂੰ ਤੋੜ ਕਰਕੇ ਉਸਨੇ ਆਕਾਸ਼ ਵੱਲ ਨੂੰ ਸਿੱਧਾ ਕੀਤਾ ਤੇ ਪਰਮੇਸ਼ਰ ਦੀ ਆਰਾਧਨਾ ਕੀਤੀ ਕਿ हे ਪਰਮੇਸ਼ਰ, ਤੇਰੇ ਤੋਂ ਬਿਨਾਂ ਮੇਰੀ ਹੁਣ ਕੋਈ ਰੱਖਿਆ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਬਾਣੀ ਵਿੱਚ ਹਜੂਰ ਨੇ ਜ਼ਿਕਰ ਕਰਦਿਆਂ ਹੋਇਆਂ ਇਹ ਵਾਕ ਕਹੇ ਨੇ, ਨਾਹਨ ਗੁਣ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤਿਹ ਦੀਨਾ। ਕਹਿੰਦੇ ਮੇਰੇ ਵਾਹਿਗੁਰੂ ਦਾ ਬਿਰਦ ਵੇਖੋ। ਜਦੋਂ ਉਸਨੇ ਵਾਹਿਗੁਰੂ ਨੂੰ ਯਾਦ ਕੀਤਾ ਨਾ, ਉਹਨੇ ਕਿਹਾ ਜਾ ਤੂੰ ਤੰਦੂਆ ਬਣ, ਉਹ ਕਹਿੰਦਾ ਤੂੰ ਹਾਥੀ ਬਣ। ਤੇ ਉਹੋ ਹੀ ਵੈਰ ਸੀਗਾ ਪਿਛਲਾ। ਤੇ ਫਿਰ ਤੰਦੂਆ ਜਦੋਂ ਹਾਥੀ ਨੂੰ ਖਿੱਚ ਕੇ ਲੱਗਾ ਡੋਬਣ ਲੱਗਾ, ਮਾਰਨ, ਕੀਤੀ ਅਰਦਾਸ ਉਸ ਸਮੇਂ ਹਾਥੀ ਨੇ। ਤੇ ਸਤਿਗੁਰੂ ਜੀ ਦੀ ਬਾਣੀ ਇਹ ਗਵਾਹੀ ਭਰਦੀ ਹੈ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਉਸ ਸਮੇਂ ਸੁਦਰਸ਼ਨ ਚੱਕਰ ਨੂੰ ਛੱਡ ਕਰਕੇ ਵਾਹਿਗੁਰੂ ਨੇ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਸੀਗੀਆਂ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਕਿਰਪਾ ਦੀ ਨਿਧ ਖਾਨ ਵਾਹਿਗੁਰੂ ਦੀ ਜਦੋਂ ਸ਼ਰਨ ਪਕੜ ਲਈ ਨਾ ਕਿ ਮਹਾਰਾਜ ਤੇਰੇ ਤੋਂ ਬਿਨਾਂ ਮੇਰਾ ਕੋਈ ਰਖਵਾਲਾ ਨਹੀਂ, ਤਾਂ ਹਜੂਰ ਕਹਿੰਦੇ ਗਜ ਗਰਾਹ ਤੇ ਛੂਟਾ। ਉਸ ਸਮੇਂ ਗਜ ਜਿਹੜਾ ਹਾਥੀ ਸੀ ਨਾ, ਉਹ ਗਰਾਹ ਤੰਦੂਏ ਦੀਆਂ ਤਾਰਾਂ ਤੋਂ ਉਸ ਸਮੇਂ ਛੁੱਟ ਗਿਆ। ਸੁਦਰਸ਼ਨ ਚੱਕਰ ਛੱਡ ਕਰਕੇ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਸੀ। ਮਹਾਰਾਜ ਕਹਿੰਦੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਜਦੋਂ ਕਿਰਪਾ ਦੀ ਖਾਨ ਵਾਹਿਗੁਰੂ ਦੀ ਸ਼ਰਨ ਪਕੜ ਲਈ ਤੇ ਮਹਾਰਾਜ ਨੇ ਕਿਹਾ ਹੈ ਮੇਰੇ ਮਨਾ ਤੂੰ ਕਿਉਂ ਨਹੀਂ ਵਾਹਿਗੁਰੂ ਦੀ ਸ਼ਰਨ ਦੀ ਵਿਚਾਰ ਕਰਦਾ। ਜੇ ਇੱਕ ਹਾਥੀ ਜਿਹਦੇ ਵਿੱਚ ਕੋਈ ਗੁਣ ਨਹੀਂ, ਕੋਈ ਵਿਦਿਆ ਨਹੀਂ ਪੜ੍ਹਿਆ, ਕੋਈ ਧਰਮ ਨਹੀਂ ਕਮਾਇਆ, ਉਹ ਵਾਹਿਗੁਰੂ ਦੀ ਸ਼ਰਨ ਪੈ ਕਰਕੇ ਛੁੱਟ ਸਕਦਾ ਹੈ, ਤੇ ਹੇ ਮਨਾ ਤੂੰ ਕਿਉਂ ਨਹੀਂ ਵਾਹਿਗੁਰੂ ਦੀ ਸ਼ਰਨ ਪੈਂਦਾ। ਇਸ ਕਰਕੇ ਹਜੂਰ ਨੇ ਕਿਹਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਵਾਹਿਗੁਰੂ ਦੀ ਸ਼ਰਨ ਪੈਣ ਦੀ ਵਿਚਾਰ ਕਰ ਗੁਰੂ ਉਪਦੇਸ਼ ਦੁਆਰਾ। ਇਹੀ ਵਿਚਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੱਸ ਰਹੇ ਹਨ। ਤਾਂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦਾ ਉਪਦੇਸ਼ ਸੁਣ ਕੇ ਹੀ ਮਨਾ ਵਿਚਾਰ ਕਰ ਲੈ। ਜੇ ਹੁਣ ਨਹੀਂ ਵਿਚਾਰ ਕਰਨੀ ਤਾਂ ਕਦੋਂ ਕਰੇਂਗਾ, ਜੇ ਹੁਣ ਨਹੀਂ ਸ਼ਰਨ ਪਿਆ ਤਾਂ ਕਦੋਂ ਪਵੇਂਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਦੋਂ ਜਿਸ ਵਕਤ ਵਾਹਿਗੁਰੂ ਦੀ ਸ਼ਰਨ ਪਕੜ ਲਈ ਹਾਥੀ ਨੇ, ਸ਼ਰਨ ਪੈ ਗਿਆ ਤੇ ਉਸੇ ਸਮੇਂ ਹੀ ਤੰਦੂਏ ਦੀਆਂ ਤਾਰਾਂ ਜਿਹੜੀਆਂ ਸੀ ਉਹ ਕੱਟ ਦਿੱਤੀਆਂ। ਵਾਹਿਗੁਰੂ ਨੇ ਕੱਟ ਕੇ ਤਾਰਾਂ ਜਿਹੜੀਆਂ ਸੀ ਹਾਥੀ ਆਜ਼ਾਦ ਕਰ ਦਿੱਤਾ। ਇਉਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਜਬ ਹੀ ਸਰਨ ਗਹੀ ਕਿਰਪਾ ਨਿਧ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਇਹ ਹਾਥੀ ਕੌਣ ਹੈ? ਹਾਥੀ ਹੈ ਸਾਡਾ ਮਨ, ਤੇ ਗਾਫਲ ਹੋ ਰਿਹਾ ਹੈ ਨਾ, ਇਸ ਕਰਕੇ ਹਾਥੀ ਵਰਗਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਰ ਜਦੋਂ ਇਸ ਮਨ ਨੇ ਸ਼ਰਨ ਪਕੜ ਲਈ ਨਾ,
ਕਿਰਪਾ ਦੀ ਨਿਧ ਖਾਨ ਵਾਹਿਗੁਰੂ ਦੀ ਸ਼ਰਨ ਪੈ ਗਿਆ ਜਦੋਂ ਮਨ ਕਰਕੇ। ਗਜ ਗਰਾਹ ਤੇ ਛੂਟਾ। ਜਿਹੜਾ ਅਗਿਆਨ ਹੈ ਨਾ, ਇਹ ਤੰਦੂਆ ਹੈ, ਤੇ ਇਹ ਅਗਿਆਨ ਰੂਪੀ ਤੰਦੂਏ ਦੀਆਂ ਤਾਰਾਂ ਕਿਹੜੀਆਂ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਤਾਰਾਂ ਨੇ, ਤੇ ਸ਼ਬਦ ਸਪਰਸ ਰੂਪ ਰਸ ਗੰਧ ਰੂਪੀ ਤਾਰਾਂ ਹਨ। ਆਸਾ ਤ੍ਰਿਸ਼ਨਾ ਰੂਪੀ ਇਹਨੇ ਮੂੰਹ ਜਿਹੜੇ ਆ ਉਹ ਆਪਣੇ ਬਣਾਏ ਹੋਏ ਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਗਿਆਨ ਰੂਪੀ ਤੰਦੂਆ ਮਨ ਰੂਪੀ ਹਾਥੀ ਨੂੰ ਜਿਹੜਾ ਹੈ ਸੰਸਾਰ ਸਮੁੰਦਰ ਦੇ ਅੰਦਰ ਡੋਬ ਕੇ ਮਾਰਨਾ ਚਾਹੁੰਦਾ ਹੈ। ਪਰ ਜਦੋਂ ਇਹ ਮਨ ਰੂਪੀ ਹਾਥੀ ਜਿਹੜਾ ਹੈ ਇਕਾਗਰਤਾ ਰੂਪੀ ਕਮਲ ਫੁੱਲ ਨੂੰ ਤੋੜ ਕੇ, ਫਿਰ ਕਮਲ ਫੁੱਲ ਦਾ ਤੋੜਨਾ ਤੇ ਤੋੜ ਕੇ ਸਿੱਧਾ ਕਰਨਾ, ਜਿਵੇਂ ਹਾਥੀ ਨੇ ਤੋੜ ਕੇ ਆਕਾਸ਼ ਵੱਲ ਨੂੰ ਸਿੱਧਾ ਕੀਤਾ ਸੀ ਨਾ, ਪਰਮੇਸ਼ਰ ਦੀ ਆਰਾਧਨਾ ਕੀਤੀ ਸੀ। ਤੇ ਇਹ ਮਨ ਨੂੰ ਜਿਹੜਾ ਮਨ ਦੀ ਬਿਰਤੀ ਜਿਹੜੀ ਸਿੱਧੀ ਕਰਨੀ ਹੈ ਨਾ, ਵਾਹਿਗੁਰੂ ਵਿੱਚ ਲਾਉਣੀ ਹੈ, ਮਨ ਕਰਕੇ ਇਕਾਗਰ ਹੋਣਾ ਹੈ। ਇਹ ਜਿਹੜਾ ਹੈ ਇਸ ਪ੍ਰਕਾਰ ਫੁੱਲ ਦਾ ਤੋੜ ਕੇ ਸਿੱਧਾ ਕਰਨਾ ਹੈ। ਤਾਂ ਸੱਚੇ ਪਾਤਸ਼ਾਹ ਕਹਿੰਦੇ ਆ ਤੂੰ ਮਨ ਦੀ ਬਿਰਤੀ ਨੂੰ ਵਾਹਿਗੁਰੂ ਵਿੱਚ ਲਾ ਲੈ, ਪ੍ਰੀਤ ਲਾ ਲੈ ਆਪਣੇ ਮਨ ਦੇ ਅੰਦਰ। ਤੇ ਜਦੋਂ ਪ੍ਰੀਤ ਨਾਲ ਆਰਾਧਨਾ ਕਰੇਗਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਰਦੇ ਆ? ਆਪਣੇ ਸਿਮਰਨ ਦਾ ਚੱਕਰ ਅੰਦਰ ਚਲਾ ਦਿੰਦੇ ਆ। ਜਦੋਂ ਸਿਮਰਨ ਦਾ ਚੱਕਰ ਚੱਲਦਾ ਨਾ, ਵਾਹਿਗੁਰੂ ਵਾਹਿਗੁਰੂ, ਇਹ ਸਿਮਰਨ ਦਾ ਚੱਲਦਾ ਹੋਇਆ ਚੱਕਰ ਅਗਿਆਨ ਰੂਪੀ ਤੰਦੂਏ ਦੀਆਂ ਜਿਹੜੀਆਂ ਪਾਈਆਂ ਹੋਈਆਂ ਵਾਸ਼ਨਾ ਰੂਪੀ ਤਾਰਾਂ ਨੇ ਨਾ, ਉਹਨਾਂ ਸਾਰੀਆਂ ਤਾਰਾਂ ਨੂੰ ਕੱਟ ਦਿੰਦਾ ਫਿਰ ਇਹ ਸਿਮਰਨ ਰੂਪੀ ਚੱਕਰ। ਤੇ ਫਿਰ ਗਜ ਗਰਾਹ ਤੇ ਛੂਟਾ, ਮਨ ਰੂਪੀ ਗਜ ਜਿਹੜਾ ਹਾਥੀ ਹੈ, ਅਗਿਆਨ ਰੂਪੀ ਜਿਹੜਾ ਗਰਾਹ ਤੰਦੂਆ ਹੈ, ਇਹਦੇ ਕੋਲੋਂ ਫਿਰ ਛੁੱਟ ਜਾਂਦਾ। ਕਦੋਂ? ਸਤਿਗੁਰੂ ਜੀ ਕਹਿੰਦੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ। ਜਦੋਂ ਕਿਰਪਾ ਦੀ ਖਾਨ ਵਾਹਿਗੁਰੂ ਦੀ ਸ਼ਰਨ ਪਕੜ ਲਈ, ਮਨ ਕਰਕੇ ਤੂੰ ਸ਼ਰਨ ਪੈ ਜਾ। ਪਰ ਵੇਖ ਲੈ ਤੂੰ ਮਨ ਕਰਕੇ ਸ਼ਰਨ ਨਹੀਂ ਪੈਂਦਾ ਵਾਹਿਗੁਰੂ ਦੀ, ਮਨ ਕਰਕੇ ਆਪਣੀਆਂ ਸਿਆਣਪਾਂ ਦੇ ਉੱਤੇ ਹੀ ਅਕੀਦਾ ਰੱਖਦਾ, ਆਪਣੇ ਸਰੀਰ ਦੀ ਤਾਕਤ ਤੇ ਹੀ ਮਾਣ ਰੱਖਦਾ, ਵਾਹਿਗੁਰੂ ਦੀ ਤੂੰ ਸ਼ਰਨ ਨਹੀਂ ਪੈਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਵਾਹਿਗੁਰੂ ਦੀ ਸ਼ਰਨ ਪੈਣ ਦੀ ਗੱਲ ਜਿਹੜੀ ਹੈ ਇਹ ਵਿਚਾਰ ਕਰ ਲੈ ਗੁਰੂ ਉਪਦੇਸ਼ ਦੁਆਰਾ। ਜੇ ਹਾਥੀ ਛੁੱਟ ਗਿਆ ਤੇ ਤੂੰ ਕਿਉਂ ਨਹੀਂ ਛੁੱਟੇਗਾ? ਤੇਰਾ ਵੀ ਵਾਹਿਗੁਰੂ ਜੀ ਉਧਾਰ ਕਰ ਦੇਣਗੇ। ਅਗਿਆਨ ਦੀਆਂ ਵਾਸ਼ਨਾ ਰੂਪੀ ਤਾਰਾਂ ਨੂੰ ਕੱਟ ਕਰਕੇ ਤੂੰ ਜਿਹੜਾ ਹੈ ਨਾ ਆਜ਼ਾਦ ਹੋ ਜਾਏਗਾ। ਜਿਵੇਂ ਗਜ ਗਰਾਹ ਤੇ ਛੂਟਾ, ਇਵੇਂ ਤੇਰਾ ਮਨ ਰੂਪੀ ਹਾਥੀ ਜਿਹੜਾ ਨਾ ਅਗਿਆਨ ਰੂਪੀ ਤੰਦੂਏ ਤੋਂ ਛੁੱਟ ਜਾਵੇਗਾ, ਆਜ਼ਾਦ ਹੋ ਜਾਵੇਗਾ। ਵਾਹਿਗੁਰੂ ਦੀ ਸ਼ਰਨ ਪਕੜ ਲੈ। ਮਹਿਮਾ ਨਾਮ ਕਹਾ ਲਓ ਬਰਨੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਮਹਿਮਾ ਕਹਾਂ ਲਓ ਬਰਨੋ, ਕਿੱਥੋਂ ਕੁ ਤੱਕ ਵਰਣਨ ਕਰੀਏ। ਨਾਮ ਦੀ ਮਹਿਮਾ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਨਾਮ ਦੀ ਮਹਿਮਾ ਕਿੱਥੋਂ ਕੁ ਤੱਕ ਵਰਣਨ ਕਰੀਏ। ਨਾਮ ਦੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਬੇਅੰਤ ਹੈ ਅਨੰਤ ਹੈ। ਰਾਮ ਕਹਿਤ ਬੰਧਨ ਤਿਹ ਟੂਟਾ। ਰਾਮ ਦਾ ਨਾਮ ਕਹਿੰਦਿਆਂ ਹੀ ਬੰਧਨਾਂ ਤੋਂ ਜੀਵ ਜਿਹੜਾ ਨਾ ਉਹ ਛੁੱਟ ਜਾਂਦਾ ਹੈ। ਰਾਮ ਦੇ ਨਾਮ ਕਹਿੰਦਿਆਂ ਹੀ ਬੰਧਨ ਟੁੱਟਦੇ ਐ। ਇੱਕ ਵਾਰੀ ਵਾਹਿਗੁਰੂ ਆਖੇ ਬੜੇ ਤੇਰੇ ਬੰਧਨ ਟੁੱਟਣਗੇ, ਪਰ ਤੂੰ ਸ਼ਰਧਾ ਹੀ ਨਹੀਂ ਕਰਦਾ, ਤੂੰ ਨਾਮ ਨੂੰ ਜਪਦਾ ਹੀ ਨਹੀਂ। ਨਾਮ ਜਪਣਾ ਤੂੰ ਵੇਲਿਆਂ ਦਾ ਕੰਮ ਸਮਝ ਛੱਡਿਆ ਹੈ। ਪਰ ਮਹਾਰਾਜ ਕਹਿੰਦੇ ਐ ਮਹਿਮਾ ਨਾਮ ਕਹਾਂ ਲਓ ਬਰਨੋ। ਕਿੱਥੋਂ ਕੁ ਤੱਕ ਵਾਹਿਗੁਰੂ ਦੇ ਨਾਮ ਦੀ ਮਹਿਮਾ ਦਾ ਵਰਣਨ ਕਰੀਏ। ਇਹ ਤਾਂ ਵਰਣਨ ਨਹੀਂ ਕੀਤੀ ਜਾ ਸਕਦੀ ਨਾਮ ਦੀ ਮਹਿਮਾ। ਇਸ ਕਰਕੇ ਪ੍ਰਭੂ ਦੀ ਸ਼ਰਨ ਪੈਣ ਦੀ ਗੱਲ ਵਿਚਾਰ ਕਰ ਲੈ। ਸੱਚੇ ਪਾਤਸ਼ਾਹ ਕਹਿੰਦੇ ਰਾਮ ਦਾ ਨਾਮ ਤਾਂ ਕਹਿੰਦਿਆਂ ਹੀ ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਨਾਮ ਦੇ ਕਹਿੰਦਿਆਂ ਹੀ, ਨਾਮ ਦੇ ਉਚਾਰਦਿਆਂ ਹੀ ਸਾਰੇ ਬੰਧਨ ਟੁੱਟ ਜਾਂਦੇ ਐ। ਜਿਵੇਂ ਬਾਲਾ ਰਾਓ ਤੇ ਰੁਸਤਮ ਰਾਓ ਦੇ ਟੁੱਟੇ ਸੀ। ਸਿੱਖ ਨਾਮ ਜਪਦਾ ਸੀ, ਉਹਨਾਂ ਕਿਹਾ ਕਿ ਤੂੰ ਭਾਈ ਕੀ ਜਪਦਾ? ਕਹਿੰਦੇ ਐ ਸਿੱਖ ਨੇ ਕਿਹਾ ਇਹ ਨਾਮ ਹੈ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਵਾਹਿਗੁਰੂ ਮੰਤਰ, ਤੇ ਭਾਈ ਇਹਦੇ ਜਪਿਆਂ ਕੀ ਹੁੰਦਾ ਹੈ? ਸਿੱਖ ਕਹਿੰਦਾ ਪਰਲੋਕ ਵਿੱਚ ਜਮਾਂ ਦੇ ਬੰਧਨ ਟੁੱਟ ਜਾਂਦੇ ਆ, ਮਾਰਨੀ ਪੈਂਦੀ ਹੈ। ਉਹ ਬਾਲਾ ਰਾਓ ਤੇ ਰੁਸਤਮ ਰਾਓ ਕਹਿੰਦੇ ਸਾਡੇ ਬੰਧਨ ਟੁੱਟ ਸਕਦੇ ਆ। ਕਹਿੰਦੇ ਜੇ ਜਮਾਂ ਦੇ ਬੰਧਨ ਸਤਿਗੁਰੂ ਜੀ ਦਾ ਮੰਤਰ ਤੋੜ ਸਕਦਾ, ਨਾਮ ਤੋੜ ਸਕਦਾ, ਤੇ ਫਿਰ ਆਹ ਬੰਧਨ ਤਾਂ ਕੋਈ ਚੀਜ਼ ਹੀ ਨਹੀਂ ਹੈ। ਉਹਨਾਂ ਨੇ ਸ਼ਰਧਾ ਨਾਲ ਫਿਰ ਨਾਮ ਜਪਿਆ
ਤੇ ਸਾਡਾ ਇਤਿਹਾਸ ਜ਼ਿਕਰ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਪਿਆਰ ਸਦਕਾ ਗਰੀਬ ਨਵਾਜ ਜੀ ਸਾਖਿਆਤ ਦਰਸ਼ਨ ਦਿੱਤਾ ਸੀ। ਇੱਕ ਭਰਾ ਉੱਠ ਕੇ ਸਦਾ ਜਦੋਂ ਨਾਮ ਜਪਦੇ, ਕਿਉਂਕਿ ਇੱਕ ਨੂੰ ਨੀਂਦ ਆਉਂਦੀ ਦੂਜਾ ਜਾਗ ਪੈਂਦਾ, ਦੂਜੇ ਨੂੰ ਨੀਂਦ ਆਉਂਦੀ ਤਾਂ ਪਹਿਲਾ ਜਾਗ ਪੈਂਦਾ। ਇਹ ਇੱਕ ਰਾਸੀ ਉਹਨਾਂ ਨੇ ਨਾਮ ਜਪਿਆ। ਅਖੰਡ ਜਦੋਂ ਜਾਪ ਗੁਰਮੰਤਰ ਦਾ ਕੀਤਾ ਤਾਂ ਸਤਿਗੁਰੂ ਜੀ ਦਾ ਪ੍ਰਤੱਖ ਦਰਸ਼ਨ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਉਹਨਾਂ ਨੂੰ ਦਰਸ਼ਨ ਬਖਸ਼ਿਆ, ਹਜ਼ੂਰ ਦੇ ਅੱਗੇ ਨਮਸਕਾਰ ਕੀਤੀ ਹੈ, ਤਾਂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਬੰਧਨ ਕੜੀਆਂ ਤੋੜ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਜ਼ਾਦ ਕੀਤਾ। ਰਾਮ ਕਹਿਤ ਬੰਧਨ ਤੇ ਟੂਟਾ, ਰਾਮ ਦੇ ਨਾਮ ਨੂੰ ਕਹਿੰਦਿਆਂ ਹੀ ਜੀਵ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਐਸੇ ਨਾਮ ਦੀ ਸ਼ਰਨ ਪੈਣ ਦੀ ਤੂੰ ਵੀ ਆਪਣੇ ਮਨ ਦੇ ਅੰਦਰ ਵਿਚਾਰ ਕਰ ਲੈ। ਅਜਾਮਲ ਪਾਪੀ ਜਗ ਜਾਣੇ, ਸ਼ਬਦ ਦਾ ਜਿਹੜਾ ਭੋਗ ਪਾਉਂਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਅਜਾਮਲ ਦਾ ਜ਼ਿਕਰ ਕਰਦੇ ਐ। ਅਜਾਮਲ ਬ੍ਰਾਹਮਣ ਸੀਗਾ ਤੇ ਇਹ ਬਹੁਤ ਸਾਰੀ ਵਿੱਦਿਆ ਪੜ੍ਹੀ ਇਸਨੇ। ਜਦੋਂ ਆਪਣੇ ਗੁਰੂ ਜਨ ਜੀ ਕੋਲੋਂ ਵਿੱਦਿਆ ਪੜ੍ਹਦਾ ਸੀ ਅਜਾਮਲ, ਤੇ ਇਹ ਨਗਰ ਦੇ ਉੱਤੋਂ ਦੀ ਵਲ ਕੇ ਆਉਂਦਾ ਹੁੰਦਾ ਸੀ, ਕਿਉਂਕਿ ਇਹਦੇ ਗੁਰੂ ਦਾ ਹੁਕਮ ਸੀ ਕਿ ਨਗਰ ਦੇ ਵਿੱਚ ਦੀ ਨਹੀਂ ਆਉਣਾ, ਤੂੰ ਨਗਰ ਦੇ ਉੱਪਰੋਂ ਦੀ ਹੋ ਕਰਕੇ ਜਿਹੜਾ ਹੈ ਆਉਣਾ ਹੈ ਵਿਦਿਆਲਿਆ ਦੇ ਅੰਦਰ, ਤੇ ਇੱਥੇ ਆ ਕਰਕੇ ਤੂੰ ਆਪਣੀ ਪੜ੍ਹਾਈ ਕਰਨੀ, ਜਾਣਾ ਵੀ ਉੱਧਰ ਦੀ ਹੈ, ਨਗਰ ਦੇ ਵਿੱਚ ਦੀ ਲੰਘਣਾ ਨਹੀਂ। ਅਜਾਮਲ ਜਵਾਨ ਹੋ ਗਿਆ, ਬੜਾ ਇਹ ਉੱਤੋਂ ਦੀ ਵਲ ਕੇ ਹੀ ਜਾਇਆ ਕਰੇ, ਇਹਨੂੰ ਮੀਲ ਦਾ ਵੱਧ ਫੇਰਾ ਪਿਆ ਕਰੇ। ਇੱਕ ਦਿਨ ਇਹਦੇ ਮਨ ਵਿੱਚ ਖਿਆਲ ਆਇਆ ਕਿ ਨਗਰ ਦੇ ਵਿੱਚ ਦੀ ਮਨ੍ਹਾ ਤਾਂ ਕੀਤਾ ਗੁਰੂ ਜੀ ਨੇ, ਪਰ ਜਾਣ 'ਚ ਹਰਜ ਕੀ ਐ, ਮੈਂ ਇੰਨਾ ਵਲ ਪੈਂਦਾ ਏ। ਤੇ ਨਗਰ ਦੇ ਵਿੱਚ ਦੀ ਜਦੋਂ ਅਜਾਮਲ ਤੁਰ ਪਿਆ, ਉੱਥੇ ਫਿਰ ਵੇਸਵਾਵਾਂ ਦੇ ਕੋਠੇ ਸੀਗੇ। ਜਦੋਂ ਜਵਾਨ ਸੀ ਉੱਧਰੋਂ, ਭਾਵੇਂ ਕਿ ਇਹ ਵਿਆਹਿਆ ਹੋਇਆ ਸੀ ਅਜਾਮਲ, ਤੇ ਵੇਦ ਦੇ ਸਾਰੇ ਅੰਗ ਪੜ੍ਹੇ ਹੋਏ ਸੀ, ਏਡਾ ਵਿਦਵਾਨ ਸੀ, ਵਿਆਕਰਨ ਦਾ ਮਾਹਰ ਸੀਗਾ, ਤੇ ਪਰ ਅੰਤਰ ਹਿਰਦਾ ਸ਼ਾਂਤ ਨਹੀਂ ਸੀ ਨਾ। ਵਕਾਰਾਂ ਨੇ ਮਾਰਿਆ ਜ਼ੋਰ ਤੇ ਵੇਸ਼ਵਾ ਦੇ ਦੁਆਰੇ ਚੜ੍ਹ ਗਿਆ। ਫਿਰ ਇਹਨੇ ਗੁਰੂ ਦੇ ਦੁਆਰੇ ਜਾਣਾ ਛੱਡ ਹੀ ਦਿੱਤਾ, ਵਿੱਦਿਆ ਪੜ੍ਹਨੀ ਛੱਡ ਹੀ ਦਿੱਤੀ, ਵੇਸ਼ਵਾ ਦੇ ਦੁਆਰੇ ਹੀ ਤੇ ਸਮੇਂ ਚੜ੍ਹਿਆ ਰਿਹਾ ਕਰੇ ਵਾਸ਼ਨਾ ਕਰਕੇ। ਫਿਰ ਘਰ-ਬਾਰ ਛੁੱਟ ਗਿਆ। ਰਾਜੇ ਨੂੰ ਪਤਾ ਲੱਗਿਆ, ਇਹਦਾ ਪਿਤਾ ਰਾਜ ਪੰਡਤ ਸੀਗਾ, ਤੇ ਫਿਰ ਇਹਦਾ ਸਾਰਾ ਐਸ਼ਵਰਜ ਜਿਹੜਾ ਸੀ ਰਾਜੇ ਨੇ ਨਾਸ਼ ਕਰਤਾ। ਜਿੰਨੀ ਇਹਦੀ ਜਾਇਦਾਦ ਸੀ ਇਹਦੀ ਪਤਨੀ ਨੂੰ ਦੇ ਕੇ ਇਹਨੂੰ ਤੇ ਵੇਸਵਾ ਨੂੰ ਤੇ ਸਮੇਂ ਦੇਸ਼ ਨਿਕਾਲਾ ਦੇਤਾ ਅਜਾਮਲ ਨੂੰ। ਜੰਗਲ ਵਿੱਚ ਚਲਿਆ ਗਿਆ, ਫਿਰ ਚਿੜੀਆਂ ਮਾਰ ਕੇ ਉਹ ਖਾਂਦਾ ਤੇ ਇਉਂ ਕੁਟੀਆ ਪਾ ਕਰਕੇ ਰਹਿੰਦਾ। ਬੜਾ ਸਮਾਂ ਬੀਤ ਜਾਣ ਤੋਂ ਇਹਦੇ ਭਾਗ ਜਾਗੇ। ਜਦੋਂ ਫਿਰ ਸਾਧੂ ਆਏ ਇਹਦੀ ਕੁਟੀਆ ਵਿੱਚ, ਬੜੇ ਭੁੱਖੇ ਸੀਗੇ, ਆਪ ਇਹ ਸ਼ਿਕਾਰ ਗਿਆ ਹੋਇਆ ਸੀ, ਤੇ ਇਹਦੀ ਜਿਹੜੀ ਘਰਵਾਲੀ ਸੀ ਵੇਸਵਾ, ਉਹਦਾ ਜਦੋਂ ਸਾਧੂਆਂ ਦਾ ਦਰਸ਼ਨ ਕੀਤਾ ਮਨ ਸ਼ਾਂਤ ਹੋ ਗਿਆ, ਬੜਾ ਸੁੱਖ ਮਿਲਿਆ। ਉਹਨੇ ਪਾਣੀ ਤੱਤਾ ਕਰਕੇ ਸਾਧੂਆਂ ਦੇ ਚਰਨ ਧੁਆਏ, ਤੇ ਸਮੇਂ ਅਜਾਮਲ ਆ ਗਿਆ, ਹੱਥ ਵਿੱਚ ਉਹਨੇ ਚਿੜੀਆਂ ਪਕੜੀਆਂ ਹੋਈਆਂ, ਮਾਰੀਆਂ ਹੋਈਆਂ। ਉਹ ਵੇਸਵਾ ਨੇ ਅੱਗੇ ਹੋ ਕੇ ਕਿਹਾ ਕਿ ਅੱਜ ਘਰ ਸਾਧੂ ਆਏ, ਅੱਜ ਮਾਸ ਨਹੀਂ ਭੁੰਨਣਾ, ਤੇ ਤੂੰ ਐਂ ਕਰ, ਅੱਜ ਸਾਧੂਆਂ ਦੀ ਸੇਵਾ ਆਪਾਂ ਜਿਹੜੀ ਹੈ ਉਹ ਕਰੀਏ, ਤੇ ਕੋਈ ਛੋਲੇ ਆਦਿਕ ਲੈ ਆ। ਉਸ ਸਮੇਂ ਫਿਰ ਅਜਾਮਲ ਜਿਹੜਾ ਸੀ ਉਹ ਛੋਲੇ ਲੈ ਕਰਕੇ ਆਇਆ, ਮਹਾਤਮਾ ਨੂੰ ਛਕਣ ਨੂੰ ਦਿੱਤੇ, ਰਾਤ ਸੇਵਾ ਕੀਤੀ। ਸਵੇਰੇ ਜਦੋਂ ਮਹਾਤਮਾ ਚੱਲਣ ਲੱਗੇ ਤਾਂ ਅਜਾਮਲ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ, ਮਹਾਰਾਜ ਮੈਂ ਸਾਰੀ ਉਮਰ ਪਾਪ ਕੀਤਾ, ਵੇਦ ਦੇ ਸਾਰੇ ਅੰਗ ਪੜ੍ਹਿਆ ਹੋਇਆ, ਵਿਆਕਰਨ ਪੜ੍ਹਿਆ ਹੋਇਆ, ਸ਼ਾਸਤਰ ਪੜ੍ਹਿਆ ਹੋਇਆ, ਵਿੱਦਿਆ ਪੜ੍ਹ ਕੇ ਵੀ ਮੇਰੀ ਇੰਨੀ ਮੱਤ ਮਾਰੀ ਗਈ, ਮੇਰੇ ਕੋਈ ਭਲੇ ਦਾ ਰਾਹ ਦੱਸ ਦਿਓ। ਮਹਾਤਮਾ ਨੇ ਵੇਖਿਆ ਕਿ ਇਹਨਾਂ ਦੀ ਹੁਣ ਸੇਵਾ ਅਸੀਂ ਪ੍ਰਵਾਨ ਕੀਤੀ ਹੈ, ਭੋਜਨ ਵੀ ਇਹਨਾਂ ਦਾ ਛਕਿਆ ਹੈ, ਤੇ ਸਮੇਂ ਮਹਾਤਮਾ ਨੇ ਤਰਸ ਕਰਕੇ ਕਿਹਾ, ਅਜਾਮਲ ਤੇਰੇ ਘਰ ਅੱਗੇ ਪੁੱਤਰ ਪੈਦਾ ਹੋਣ ਵਾਲਾ ਹੈ, ਐਂ ਕਰੀ ਫਿਰ ਉਸ ਪੁੱਤਰ ਦਾ ਨਾਮ ਨਾਰਾਇਣ ਰੱਖੀ, ਉਹ ਤੇਰਾ ਭਲਾ ਕਰੇਗਾ। ਇਹ ਬਚਨ ਕਹਿ ਕੇ ਮਹਾਤਮਾ ਚਲੇ ਗਏ। ਤੇ ਸਮੇਂ
ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਅਜਾਮਲ ਦਾ ਜ਼ਿਕਰ ਆਪਣੀਆਂ ਵਾਰਾਂ ਵਿੱਚ ਕੀਤਾ ਹੈ ਕਿ 6 ਪੁੱਤ ਜਾਏ ਵੇਸਵਾ, ਪਾਪਾਂ ਦੇ ਫਲ ਇੱਛੇ ਲਹਿਆ, ਪੁੱਤਰ ਉਪੰਨਾ 7ਵਾਂ, ਨਾਉ ਧਰਨ ਨੂੰ ਚਿੱਤ ਉਮਾਹਿਆ। ਇਹ ਜਿਹੜੇ 6 ਪੁੱਤ ਜਾਏ ਵੇਸਵਾ, ਵੇਸਵਾ ਤੋਂ 6 ਪੁੱਤਰ ਇਹਦੇ ਪੈਦਾ ਹੋਏ ਤੇ ਪਾਪਾਂ ਦੇ ਫਲ ਇੱਛੇ ਲਹਿਆ। ਇਉਂ ਭਾਰੀ ਪਾਪਾਂ ਦੇ ਫਲ ਇਹਨੇ ਪ੍ਰਾਪਤ ਕੀਤੇ, ਦੁਖੀ ਰਹਿੰਦਾ ਸੀ। ਵਕਾਰ ਭੋਗ ਕੇ ਕੌਣ ਸੁਖੀ ਹੋਇਆ ਹੈ। ਤੇ ਪੁੱਤਰ ਉਪੰਨਾ 7ਵਾਂ, ਜਦੋਂ 7ਵਾਂ ਪੁੱਤਰ ਪੈਦਾ ਹੋਣ ਵਾਲਾ ਸੀਗਾ, ਮਹਾਤਮਾ ਨੇ ਫਿਰ ਆਖਿਆ ਸੀਗਾ ਤੇਰੀ ਪਤਨੀ ਜਿਹੜੀ ਹੈ ਇਹ ਪੁੱਤਰ ਦੀ ਇੱਛਾ ਵਾਲੀ ਹੈ, ਜਦੋਂ ਇਹਦਾ ਜਨਮ ਹੋਵੇ ਤਾਂ ਇਹਦਾ ਨਾਮ ਨਾਰਾਇਣ ਰੱਖੀ। ਪੁੱਤਰ ਉਪੰਨਾ 7ਵਾਂ, ਨਾਉ ਧਰਨ ਨੂੰ ਚਿੱਤ ਉਮਹਿਆ, ਗੁਰੂ ਦੁਆਰਾ ਹੋਏ ਕਾ ਗੁਰਮੁਖ ਨਾਮ ਨਾਰਾਇਣ ਕਹਿਆ। ਜਦੋਂ ਫਿਰ ਇਹਦਾ ਨਾਮ ਰੱਖਿਆ ਨਾ, ਨਾਰਾਇਣ ਨਾਮ ਰੱਖਿਆ ਅਜਾਮਲ ਨੇ। ਤੇ ਅਜਾਮਲ ਦਾ ਜਿਹੜਾ ਅੰਤ ਦਾ ਸਮਾਂ ਜਦੋਂ ਆਇਆ, ਇਹ ਜ਼ਿਕਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਜੂਰ ਆਪਣੀ ਬਾਣੀ ਵਿੱਚ ਇਹ ਪ੍ਰਮਾਣ ਦੇ ਰਹੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਜਾਮਲ ਪਾਪੀ ਜਗ ਜਾਣੇ। ਇਹ ਚਿੜੀਆਂ ਮਾਰ ਮਾਰ ਖਾਂਦਾ ਸੀ ਉੱਥੇ ਤੇ ਵੇਸਵਾ ਨਾਲ ਰਹਿੰਦਾ ਸੀ ਕੁਟੀਆ ਪਾ ਕੇ। ਸਾਰੇ ਲੋਕ ਹੀ ਜਾਣਦੇ ਸੀ ਇਹਨੂੰ। ਅਜਾਮਲ ਕੱਲਾ ਨਹੀਂ ਸੀ ਕਹਿੰਦਾ, ਪਾਪੀ ਅਜਾਮਲ ਕਹਿੰਦੇ ਸੀ। ਤਾਂ ਮਹਾਰਾਜ ਕਹਿੰਦੇ ਨੇ ਅਜਾਮਲ ਜਿਹੜਾ ਹੈ, ਅਜਾਮਲ ਪਾਪੀ ਜਗ ਜਾਣੈ, ਜਿਸ ਨੂੰ ਸਾਰਾ ਜਗਤ ਜਾਣਦਾ ਸੀ ਕਿ ਅਜਾਮਲ ਵੱਡਾ ਗੁਨਾਹਗਾਰ ਹੈ, ਪਾਪੀ ਹੈ। ਨਿਮਖ ਮਾਹੇ ਨਿਸਤਾਰਾ, ਅੱਖ ਦੇ ਖੋਲਣ ਤੇ ਬੰਦ ਕਰਨ ਦਾ ਸਮਾਂ ਨਿਮਖ ਸਮਾਂ ਹੁੰਦਾ ਹੈ। ਐਸੇ ਨਿਮਖ ਸਮੇਂ ਦੇ ਅੰਦਰ ਵਾਹਿਗੁਰੂ ਨੇ ਇਹਦਾ ਨਿਸ ਪ੍ਰਪੰਚ ਤੋਂ ਪਾਰ ਉਤਾਰਾ ਕਰ ਦਿੱਤਾ। ਜਦੋਂ ਅੰਤ ਦਾ ਵੇਲਾ ਆਇਆ, ਅਜਾਮਲ ਦਾ ਪ੍ਰਾਣ ਪੰਖੇਰੂ ਹੋਣ ਵਾਲੇ ਸੀਗੇ ਤੇ ਆਪਣੇ ਪੁੱਤਰ ਨਾਲ ਮੋਹ ਹੋਣੇ ਕਰਕੇ ਉਹਨੂੰ ਆਵਾਜ਼ ਦਿੰਦਾ ਹੈ ਨਾਰਾਇਣ ਨਾਰਾਇਣ। ਜਦੋਂ ਜਮਦੂਤ ਅੱਖਾਂ ਨਾਲ ਦਿਸਦੇ ਐ ਤੇ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਹੈ, ਵੇਖਦਾ ਕਿ ਨਾਮ ਜਦੋਂ ਮੈਂ ਲੈਣਾ ਤੇ ਜਮਦੂਤਾਂ ਨੂੰ ਅੱਗ ਲੱਗਦੀ, ਜਮਦੂਤ ਪਿੱਛੇ ਹਟਦੇ ਐ। ਉਸ ਸਮੇਂ ਅਜਾਮਲ ਦਾ ਪੁੱਤਰ ਮੋਹ ਚੋਂ ਧਿਆਨ ਹਟ ਕੇ ਸੱਚਮੁੱਚ ਹੀ ਨਿਰੰਕਾਰ ਵਿੱਚ ਜਾ ਲੱਗਿਆ ਤੇ ਮਨ ਦੀ ਪ੍ਰੀਤ ਨਾਲ ਜਦੋਂ ਆਪਣੇ ਮੁਖ ਤੋਂ ਆਖਦਾ ਨਾਰਾਇਣ, ਨੇਤਰਾਂ 'ਚੋਂ ਵਿਰਾਗ ਵਹਿਣ ਲੱਗ ਪਿਆ। ਅੰਤਰਜਾਮੀ ਨੂੰ ਉਸੇ ਸਮੇਂ ਖਿੱਚ ਪਈ, ਹੁਣ ਪੁੱਤਰ ਨੂੰ ਚੇਤੇ ਨਹੀਂ ਕਰਦਾ, ਇਹ ਤਾਂ ਹੁਣ ਸਾਨੂੰ ਚੇਤੇ ਕਰਦਾ ਹੈ। ਜਦੋਂ ਇਉਂ ਨਿਮਖ ਮਾਤਰ ਸਮੇਂ ਵਿੱਚ ਹੀ ਅਜਾਮਲ ਨੇ ਆਪਣੇ ਦਿਲ ਦੀ ਪ੍ਰੀਤ ਨਾਲ ਆਖਿਆ ਨਾ ਨਾਰਾਇਣ, ਨੇਤਰਾਂ 'ਚੋਂ ਵਿਰਾਗ ਵਹਿ ਗਿਆ। ਉਸੇ ਸਮੇਂ ਹੀ ਸੁਆਮੀ ਵਾਹਿਗੁਰੂ ਸਾਖਿਆਤ ਹੋ ਗਏ। ਨਾਰਾਇਣ ਦਾ ਨਾਮ ਕਹਿੰਦਿਆਂ ਹੀ ਨਾਰਾਇਣ ਸਾਖਿਆਤ ਹੋ ਗਏ, ਹਾਜ਼ਰ ਹੋ ਗਏ। ਅਜਾਮਲ ਨੂੰ ਦਰਸ਼ਨ ਹੋਇਆ, ਸਾਰੇ ਜਮਗਣ ਉਸੇ ਸਮੇਂ ਨਾਸ਼ ਹੋ ਗਏ। ਰਾਮਗਣਾਂ ਦਾ ਦਰਸ਼ਨ ਹੋਣ ਲੱਗ ਪਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੱਖ ਤੇ ਖੋਲਣ ਦੇ ਬੰਦ ਕਰਨ ਦੇ ਸਮੇਂ ਵਿੱਚ ਵਾਹਿਗੁਰੂ ਨੇ ਨਿਸ ਪ੍ਰਪੰਚ ਤੋਂ ਤਾਰ ਦਿੱਤਾ। ਐਸਾ ਅਜਾਮਲ ਪਾਪੀ ਵਾਹਿਗੁਰੂ ਦਾ ਨਾਮ ਜਪਣੇ ਕਰਕੇ ਨਿਮਖ ਮਾਤਰ ਸਮੇਂ 'ਚ ਤਰ ਗਿਆ। ਤੇ ਹਜੂਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਤੂੰ ਐਸੇ ਵਾਹਿਗੁਰੂ ਦੀ ਸ਼ਰਨ ਕਿਉਂ ਨਹੀਂ ਪੈਂਦਾ ਮਨਾ, ਵਾਹਿਗੁਰੂ ਦੀ ਸ਼ਰਨ ਪੈ ਜਾ। ਇਹ ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਆ। ਹਜੂਰ ਆਪਣੇ ਮਨ ਨੂੰ ਪ੍ਰਬੋਧ ਲਈਏ। ਹੇ ਮੇਰੇ ਮਨਾ, ਵੇਖ ਨਾਮ ਨੇ ਐਡੇ ਪਾਪੀ ਤਾਰ ਦਿੱਤੇ ਆ, ਇੰਨੇ ਨਖਿੱਧ ਤਾਰ ਦਿੱਤੇ ਆ, ਤੇ ਤੂੰ ਕਿਉਂ ਨਹੀਂ ਵਾਹਿਗੁਰੂ ਦੀ ਸ਼ਰਨ ਪੈਂਦਾ। ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੀ ਸ਼ਰਨ ਪੈ ਜਾ। ਸੱਚੇ ਪਾਤਸ਼ਾਹ ਕਹਿੰਦੇ ਐਡਾ ਅਜਾਮਲ ਪਾਪੀ ਨਿਮਖ ਸਮੇਂ ਦੇ ਅੰਦਰ ਵਾਹਿਗੁਰੂ ਦੇ ਨਾਮ ਨੇ ਤਾਰ ਦਿੱਤਾ। ਨਾਨਕ ਕਹਿਤ ਚੇਤ ਚਿੰਤਾ ਮਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਵਾਂ ਸਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਚੇਤ ਮਨ ਦੇ ਅੰਦਰ ਨਾ ਚਿਤਵਨੀ ਕਰ, ਭਾਵ ਵਾਹਿਗੁਰੂ ਦਾ ਚੇਤਾ ਕਰ ਲੈ ਪਿਆਰ ਦੇ ਨਾਲ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਆਉਦ ਬਿਹਾਤ ਹੈ, ਫੂਟੈ ਘਟ ਜਿਉ ਪਾਨੀ। ਉਹ ਜੋ ਚਿੰਤਾ ਮਨ ਹੈ ਨਾ, ਇੱਕ ਚਿੰਤਾ ਮਣੀ ਹੁੰਦੀ ਹੈ, ਕਹਿੰਦੇ ਸਾਰੀਆਂ ਇੱਛਾ ਪੂਰੀਆਂ ਕਰ ਦਿੰਦੀ ਹੈ। ਪਰ ਮਹਾਰਾਜ ਕਹਿੰਦੇ ਉਹ ਚਿੰਤਾ ਮਣੀ ਨਹੀਂ ਹੈ, ਉਹ ਤਾਂ ਚਿੰਤਾ ਹੋਰ ਪੈਦਾ ਕਰ ਦਿੰਦੀ ਹੈ। ਜਿੰਨੀ ਕੋਈ ਇੱਛਾ ਹੋਵੇ ਉਹ ਪੂਰੀ ਹੋਵੇ ਚਿੰਤਾਮਣੀ ਕਰਕੇ, ਤਾਂ ਹੋਰ ਇੱਛਾ ਹੋਰ ਜਾਗ ਪੈਂਦੀਆਂ ਅੱਗੋਂ। ਫਿਰ ਚਿੰਤਾਮਣੀ ਇੱਛਾ ਪੂਰੀਆਂ ਕਰਕੇ ਮਾਰਦੀ ਥੋੜੀ ਹੈ ਇੱਛਾ ਨੂੰ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਚਿੰਤਾ ਮਨ ਹੈ, ਸਾਰੀਆਂ ਇੱਛਾ ਦਾ ਪੂਰੀਆਂ ਕਰਨ ਵਾਲਾ।
ਫਿਰ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ, ਅੱਗੋਂ ਭੁੱਖ ਕੋਈ ਨਹੀਂ ਰਹਿੰਦੀ। ਐਸੇ ਵਾਹਿਗੁਰੂ ਦੇ ਨਾਮ ਨੂੰ ਮਹਾਰਾਜ ਕਹਿੰਦੇ ਭਾਈ ਤੂੰ ਵੀ ਚੇਤੇ ਕਰ ਲੈ। ਤੈ ਭੀ ਉਤਰਹਿ ਪਾਰਾ। हे ਮੇਰੇ ਮਨਾ ਤੂੰ ਵੀ ਪਾਰ ਉਤਰ ਜਾਵੇਂਗਾ ਇਸ ਸੰਸਾਰ ਸਮੁੰਦਰ ਤੋਂ। ਜੇ ਅਜਾਮਨ ਉਤਰ ਸਕਦਾ ਤੇ ਤੂੰ ਕਿਉਂ ਨਹੀਂ ਉਤਰ ਸਕਦਾ। ਜੇ ਗਨਕਾ ਵੇਸਵਾ ਬਕੁੰਠ ਜਾ ਸਕਦੀ ਹੈ, ਸੱਚਖੰਡ ਜਾ ਸਕਦੀ ਹੈ ਨਾਮ ਦੇ ਪ੍ਰਤਾਪ ਕਰਕੇ, ਤੇ हे ਮੇਰੇ ਮਨਾ ਤੈਂ ਵੀ ਉਤਰਹਿ ਪਾਰਾ, ਤੂੰ ਵੀ ਪਾਰ ਉਤਰ ਜਾਵੇਂਗਾ। ਪ੍ਰਭ ਕੀ ਸ਼ਰਨ ਵਿਚਾਰੋ। ਵਾਹਿਗੁਰੂ ਦੀ ਸ਼ਰਨ ਪੈਣ ਦੀ ਗੱਲ ਆਪਣੇ ਮਨ ਵਿੱਚ ਵਿਚਾਰ ਲੈ। ਗੁਰੂ ਉਪਦੇਸ਼ ਦੁਆਰਾ ਇਸ ਨੂੰ ਸੁਣ ਕਰਕੇ ਏਡਾ ਲਾਭ ਹੈ ਵਾਹਿਗੁਰੂ ਦੀ ਸ਼ਰਨ ਦਾ, ਤੇ ਫਿਰ ਕਿਉਂ ਨਹੀਂ ਗੁਰੂ ਮਹਾਰਾਜ ਸਾਹਿਬ ਜੀ ਦੇ ਖੰਡੇ ਦਾ ਅੰਮ੍ਰਿਤ ਛਕਦਾ, ਕਿਉਂ ਨਹੀਂ ਗੁਰੂ ਜੀ ਦੇ ਲੜ ਲੱਗਦਾ। ਕਦੋਂ ਸ਼ਰਨ ਪਵੇਂਗਾ ਜੇ ਹੁਣ ਨਹੀਂ ਪਿਆ ਤਾਂ ਸੋਚੀ ਜਾਣਾ ਨਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸ਼ਰਨ ਪੈ ਜਾ, ਵਿਚਾਰ ਕਰ ਲੈ ਇਸ ਗੱਲ ਦੀ। ਨਾਮ ਦੀ ਮਹਿਮਾ ਕਿੱਡੀ ਕੁ ਵੱਡੀ ਹੈ। ਹਜੂਰ ਕਹਿੰਦੇ ਕਹਾਂ ਲਾਓ ਵਰਨੋ, ਕਿੱਥੋਂ ਕੁ ਤੱਕ ਵਰਣਨ ਕਰੀਏ। ਨਾਮ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਲਾਭ ਹੀ ਲਾਭ ਹੈ। ਤੂੰ ਸੋਚ ਵੀ ਨਹੀਂ ਸਕਦਾ ਕਿ ਨਾਮ ਦੇ ਨਾਲ ਕਿੱਡਾ ਕੁ ਵੱਡਾ ਫਾਇਦਾ, ਕਿੱਡਾ ਕੁ ਵੱਡਾ ਲਾਭ ਹੈ। ਐਡੇ ਐਡੇ ਪਾਪੀ ਤਰ ਗਏ ਐ, ਤੇ ਮਹਾਰਾਜ ਕਹਿੰਦੇ ਚੇਤ ਚਿੰਤਾ ਮਨ, ਚੇਤੇ ਕਰ ਲੈ ਉਸ ਸਾਰੀਆਂ ਇੱਛਾ ਪੂਰੀਆਂ ਕਰਨ ਵਾਲੇ ਵਾਹਿਗੁਰੂ ਦੇ ਨਾਮ ਨੂੰ। ਤੈ ਵੀ ਉਤਰਹਿ ਪਾਰਾ, ਤੂੰ ਵੀ ਪਾਰ ਉਤਰ ਜਾਵੇਂਗਾ ਇਸ ਸੰਸਾਰ ਸਮੁੰਦਰ ਤੋਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਗਰੀਬ ਨਵਾਜ ਜੀ ਨੇ ਪਵਿੱਤਰ ਉਪਦੇਸ਼ ਦਿੱਤਾ। ਚੌਥਾ ਸ਼ਬਦ ਸੋਠ ਰਾਗ ਦਾ ਇਹ ਸੰਪੂਰਨ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰਹਿ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਾਉਨ ਦਿਆਵੈ ਧਾਏ, ਘਰ ਨਾਉਨ ਦਿਆਵੈ ਧਾਏ। ਘਰ ਨਾਉ ਨਿਧ ਆਵੈ ਧਾਏ, ਘਰ ਨਾਉ ਨਿਧ ਆਵੈ ਧਾਏ। ਘਰ ਨਾਉਨ ਦਿਆਵੈ ਧਾਏ, ਘਰ ਨਾਉਨ ਦਿਆਵੈ ਧਾਏ। ਘਰ ਨਾਉ ਨਿਧ ਆਵੈ ਧਾਏ, ਘਰ ਨਾਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।